ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਗ੍ਰੰਥ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਆਓ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਾਤਾ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਆਪਣੇ ਕੋਲ ਇੱਕੋ ਇੱਕ ਪੁੱਤਰ ਹੈ, ਆਪਾਂ ਇਸ ਨੂੰ ਮੱਝਾਂ ਗਾਵਾਂ ਚਾਰਨ ਵਾਸਤੇ ਜੰਗਲ ਵਿੱਚ ਭੇਜ ਦਿੰਦੇ ਹਾਂ। ਅਸੀਂ ਸੁਣਿਆ ਵੀ ਜਿੱਥੇ ਇਹ ਆਰਾਮ ਕਰਦੇ ਸਨ ਉੱਪਰ ਕੋਈ ਭਾਰੀ ਸੱਪ ਆ ਗਿਆ ਸੀ ਤੇ ਕੋਈ ਅਣਹੋਣੀ ਘਟਨਾ ਵੀ ਹੋ ਸਕਦੀ ਸੀ। ਜੋ ਸ਼ਰਧਾ ਵਿਸ਼ਵਾਸ ਰਾਏ ਬੁਲਾਰ ਜੀ ਦੇ ਅੰਦਰ ਹੈ, ਉਹ ਸ਼ਰਧਾ ਵਿਸ਼ਵਾਸ ਅਜੇ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਨਹੀਂ ਹੈ। ਉਹਨਾਂ ਦੇ ਉੱਪਰ ਮਹਾਰਾਜ ਜੀ ਨੇ ਮਾਇਆ ਪਾਈ ਹੋਈ ਆ, ਉਹ ਸਮਝਦੇ ਨਹੀਂ ਇਸ ਗੱਲ ਨੂੰ। ਹਾਂ, ਪਰ ਮਹਿਤਾ ਕਾਲੂ ਜੀ ਅੱਗੇ ਸਾਖੀ 'ਚ ਕਹਿਣਗੇ ਵੀ ਹੇ ਰਾਏ ਜੀ, ਤੁਹਾਨੂੰ ਬਹੁਤ ਸ਼ਰਧਾ ਵਿਸ਼ਵਾਸ ਹੈ, ਪਰ ਮੇਰਾ ਮਨ ਕਿਉਂ ਕਲਪਨਾ ਕਰਦਾ ਰਹਿੰਦਾ ਹੈ। ਹੁਣ ਮਾਤਾ ਦੇ ਕਹਿਣ 'ਤੇ ਮਹਿਤਾ ਕਾਲੂ ਜੀ ਨੇ ਮੱਝਾਂ ਗਾਵਾਂ ਚਾਰਨ ਤੋਂ ਰੋਕ ਦਿੱਤਾ। ਹੁਣ ਘਰ ਹੀ ਰਹਿੰਦੇ ਨੇ, ਜਾਂ ਮਹਾਰਾਜ ਜੀ ਪਏ ਰਹਿੰਦੇ ਨੇ, ਜਾਂ ਬੈਠ ਜਾਂਦੇ ਨੇ, ਜਾਂ ਇੱਕ ਮਹਾਰਾਜ ਜੀ ਦੇ ਖੇਤ ਵਿੱਚ ਇੱਕ ਦਰਖਤ ਸੀ ਉਹਦੇ ਥੱਲੇ ਬੈਠੇ ਰਹਿੰਦੇ ਨੇ, ਜਾਂ ਇੱਕ ਪਿੰਡ ਦੇ ਬਾਹਰ ਕੋਈ ਦਰਖਤ ਸੀ ਉੱਥੇ ਬੈਠੇ ਰਹਿੰਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਜੀ ਜਦੋਂ ਇਸ ਤਰ੍ਹਾਂ ਸਮਾਂ ਗੁਜ਼ਾਰਨ ਲੱਗੇ, ਮਹਿਤਾ ਕਾਲੂ ਜੀ ਬਹੁਤ ਫਿਕਰਮੰਦ ਹੋ ਜਾਂਦੇ ਨੇ ਕਿ ਸਾਰਿਆਂ ਦੇ ਲੜਕੇ ਕੰਮ ਕਰਦੇ ਨੇ, ਧਨ ਪਦਾਰਥ ਕਮਾਉਂਦੇ ਨੇ, ਦੁਨੀਆ ਵਿੱਚ ਵਿਚਰਦੇ ਨੇ, ਹੱਸਦੇ ਨੇ, ਖੇਡਦੇ ਨੇ, ਪਰਿਵਾਰ ਨਾਲ ਮਿਲ ਕੇ ਚੱਲਦੇ ਨੇ, ਪਰ ਮੇਰੇ ਘਰ ਇੱਕੋ ਇੱਕ ਲੜਕਾ ਹੈ, ਉਹ ਕਿਸੇ ਨਾਲ ਬੋਲਦਾ ਨਹੀਂ, ਆਂਢ ਗੁਆਂਢ ਦੇ ਨਾਲ ਗੱਲਬਾਤ ਨਹੀਂ ਕਰਦਾ, ਕਿਸੇ ਨਾਲ ਮਿਲ ਕੇ ਨਹੀਂ ਰਹਿੰਦਾ, ਘਰ ਵਿੱਚ ਖੁਸ਼ ਨਹੀਂ ਰਹਿੰਦਾ, ਕਿਸੇ ਕੰਮ ਵਿੱਚ ਰੁਚੀ ਨਹੀਂ ਰੱਖਦਾ, ਨੁਕਸਾਨ ਹੀ ਨੁਕਸਾਨ ਕਰਦੇ ਹਨ। ਇਸ ਤਰ੍ਹਾਂ ਉਦਾਸ ਬੈਠੇ ਦੇਖਿਆ ਨਹੀਂ ਜਾਂਦਾ। ਔਰ ਨਗਰ ਦੇ ਲੋਕ ਹਨ, ਉਹ ਵੀ ਹਾਸਾ ਠੇਠਾ ਲੱਗ ਪਏ ਕਰਨ, ਮਖੌਲ ਕਰਨ ਲੱਗ ਪਏ। ਕੋਈ ਕੁਛ ਕਹਿੰਦਾ ਹੈ, ਕੋਈ ਕਹਿੰਦਾ ਇਹਨਾਂ ਨੂੰ ਓਪਰੀ ਹਵਾ ਹੋ ਗਈ ਹੈ, ਕੋਈ ਕਹਿੰਦਾ ਇਹ ਮਤਵਾਲੇ ਹੋ ਗਏ ਨੇ, ਕੋਈ ਕਹਿੰਦਾ ਮਸਤਾਨੇ ਹੋ ਗਏ ਨੇ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ, ਕੋਈ ਕਹਿੰਦਾ ਨਜ਼ਰ ਲੱਗ ਗਈ। ਹੁਣ ਮਹਿਤਾ ਕਾਲੂ ਜੀ ਦਾ ਪਟਵਾਰੀ ਦਾ ਰੁਤਬਾ ਹੈ, ਰਾਜੇ ਦੇ ਪਟਵਾਰੀ ਹਨ, ਚੰਗਾ ਘਰਾਣਾ ਹੈ, ਔਰ ਇਸ ਤਰ੍ਹਾਂ ਲੋਕ ਬੋਲ ਮਾਰਨ ਬੜਾ ਔਖਾ ਹੋ ਜਾਂਦਾ ਹੈ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਅਗਲੀ ਸਾਖੀ ਸੁਣੋ ਕਿ ਕਿਵੇਂ ਪਿਤਾ ਜੀ ਨੇ ਮਨ ਵਿੱਚ ਆਇਆ ਵੀ ਮੈਂ ਨਾਨਕ ਜੀ ਨੂੰ ਖੇਤੀਬਾੜੀ ਦੇ ਕੰਮ ਵਿੱਚ ਲਾਵਾਂ। ਆਓ ਇਹ ਜੋ ਕਥਾ ਹੈ ਪ੍ਰੇਮ ਦੇ ਨਾਲ ਸਰਵਣ ਕਰੀਏ। ਹਾਂਜੀ। ਬਾਲਾ ਸੰਦਰ ਵਾਚ ਚੌਪਈ ਕਹਿ ਬਾਲਾ ਸ਼੍ਰੀ ਅੰਗਦ ਗੁਰ ਜੀ। ਤਾਂ ਹੁਣ ਕਹਿ ਬਾਲਾ ਸ੍ਰੀ ਅੰਗਦ ਗੁਰ ਜੀ, ਭਾਈ ਬਾਲਾ ਜੀ ਸਾਖੀ ਸੁਣਾਉਣ ਲੱਗੇ ਨੇ, ਕਹਿਣ ਲੱਗੇ ਹੇ ਗੁਰੂ ਅੰਗਦ ਦੇਵ ਜੀ, ਕਥਾ ਨਾਸ਼ਕ ਤ੍ਰੈ ਜੁਰ ਕੀ। ਹੁਣ ਉਸ ਗੁਰੂ ਜੀ ਦੀ ਕਥਾ ਸੁਣੋ ਜਿਸ ਗੁਰੂ ਜੀ ਦੀ ਕਥਾ ਸੁਣਦੇ ਨਾਲ ਤਿੰਨੇ ਤਾਪਾਂ ਦਾ ਨਾਸ ਹੋ ਜਾਂਦਾ ਹੈ। ਬਹਰੋ ਰਿਤ ਪਾਵਸ ਸ਼ੁਭ ਆਈ। ਹੁਣ ਕਹਿਣ ਲੱਗੇ ਗਰਮੀ ਦੀ ਰੁੱਤ ਤੋਂ ਬਾਅਦ ਹੁਣ ਬਰਸਾਤ ਦੀ ਰੁੱਤ ਆ ਗਈ। ਗਗਨ ਬੀਚ ਬਾਦਰ ਦ੍ਰਿਸ਼ਟਾਈ। ਹੁਣ ਅਸਮਾਨ ਦੇ ਉੱਪਰ ਬੱਦਲ ਛਾਣ ਲੱਗ ਪਏ। ਭਾਗ ਜਗੇ ਪੂਰਬ ਜਗ ਜਿਆਸੀ। ਹਾਂ, ਜਾਨੀ ਕਿ ਮਾਨੋ ਕਿ
ਨਨਕਾਣਾ ਸਾਹਿਬ ਦੇ ਵਿੱਚ ਰਹਿਣ ਵਾਲੇ ਜਗਿਆਸੂਆਂ ਦੇ ਨਾਮ ਜਪਣ ਵਾਲਿਆਂ ਦੇ ਭਾਗ ਜਾਗ ਪਏ। ਜਿਉ ਤਨ ਧਰਤ ਸੰਤ ਸੁਖ ਰਾਸੀ। ਜਿਵੇਂ ਧਰਤੀ ਤੇ ਉੱਪਰ ਸੰਤ ਲੋਕ ਪੈਦਾ ਹੁੰਦੇ ਨੇ, ਅਵਤਾਰ ਪੈਦਾ ਹੁੰਦੇ ਨੇ, ਤੇ ਧਰਤੀ ਦੇ ਜੀਵਾਂ ਨੂੰ ਵੀ ਸੁਖ ਪ੍ਰਾਪਤ ਹੁੰਦਾ ਤੇ ਧਰਤੀ ਨੂੰ ਵੀ ਸੁਖ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਚੜੀ ਘਟਾ ਕਾਲੀ ਜਿਵ ਕਾਲੀ। ਹੁਣ ਆਕਾਸ਼ ਦੇ ਵਿੱਚ ਰੋਜ਼ ਹੀ ਕਹਿਣ ਲੱਗੇ, ਜਦੋਂ ਬਰਸਾਤ ਦਾ ਮੌਸਮ ਹੋਇਆ, ਕਾਲੀ ਘਟਾ ਚੜੀ ਰਹਿੰਦੀ ਹੈ। ਕਰਨੋ ਬਜਰ ਬਜਾਵਤ ਤਾਲੀ। ਮਾਨੋ ਆਕਾਸ਼ ਦੇ ਵਿੱਚ ਬਿਜਲੀ ਕੜਕਦੀ ਰਹਿੰਦੀ ਹੈ। ਇਸ ਤਰ੍ਹਾਂ ਦਾ ਆਕਾਸ਼ ਦੇ ਵਿੱਚ ਵਾਤਾਵਰਨ ਬਣਿਆ ਹੈ। ਸਾਸਨ ਪਾਕ ਸਰਾਸਨ ਜੋ। ਔਰ ਇੰਦਰ ਦਾ ਜੋ ਤਨਿਖ ਹੈ ਉਹ ਟੇਢੇ ਭਰਵੱਟਿਆਂ ਵਾਂਗੂ ਮੰਡ, ਜਿਵੇਂ ਉਹ ਧਨੁੱਖ ਪੈਂਦੇ ਨੇ। ਹੁਣ ਮੀਂਹ ਤੋਂ ਬਾਅਦ ਇੱਕੋ ਰੰਗਦਾਰ ਜੀ ਇਸ ਤਰ੍ਹਾਂ ਆਕਾਸ਼ ਦੇ ਵਿੱਚੋਂ ਲਾਈਨ ਜੀ ਬਣਦੀ ਹੈ। ਕਵੀ ਜੀ ਇਸ ਤਰ੍ਹਾਂ ਉਪਮਾ ਕਰਦੇ ਨੇ ਵੀ ਕਿਤੇ ਕਿਤੇ ਇਸ ਤਰ੍ਹਾਂ ਬਣ ਜਾਂਦਾ ਆਕਾਸ਼ ਦੇ ਵਿੱਚ। ਬਾਂਕੀ ਪ੍ਰਕੁਟੀ ਲਖਿਅਤ ਸੋ। ਤਾਂ ਇਸ ਪ੍ਰਕਾਰ ਹਰ ਰੋਜ਼ ਬੱਦਲ ਗਰਜਦੇ ਹਨ। ਹੱਥ ਕਰ ਕਨਕ ਜਹ ਕੀ ਕਲਕਾਰੀ। ਹੁਣ ਜਿਉਂ-ਜਿਉਂ ਬੱਦਲ ਗਰਜਦੇ ਨੇ, ਮੋਰ ਤੇ ਜਾਨਵਰ ਚੀਕਾਂ ਮਾਰਦੇ ਨੇ, ਚੀਕ ਚਿੰਗਾੜਾ ਪਾਉਂਦੇ ਨੇ, ਉੱਚੀ ਉੱਚੀ ਮੋਰ ਬੋਲਦੇ ਹਨ। ਇਸ ਤਰ੍ਹਾਂ ਦਾ ਹੁਣ ਵਾਤਾਵਰਨ ਬੰਨਣ ਲੱਗੇ ਨੇ ਸਾਖੀ ਦਾ। ਕਵੀ ਜੀ ਉਪਮਾ ਕਰਦੇ ਹਨ। ਭਾਈ ਬਾਲਾ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਨੇ ਵੀ ਮਹਾਰਾਜ ਜੀ ਜਦੋਂ ਬਰਸਾਤ ਦੀ ਮੌਸਮ ਆਈ ਨਾ, ਜਦੋਂ ਇਹ ਮਹਾਰਾਜ ਜੀ ਨੇ ਕੌਤਕ ਕਰਨਾ ਸੀ, ਉਸ ਵੇਲੇ ਐਸਾ ਵਾਤਾਵਰਨ ਸੀ। ਡਰਤ ਅਸੁਰ ਸੇ ਮੇਚਕ ਬਿਆਰੀ। ਤਾਂ ਇਸ ਕਰਕੇ ਜਿਹੜੇ ਸੱਪ ਆਦ ਸਨ ਉਹ ਮੋਰਾਂ ਦੀਆਂ ਉੱਚੀ ਉੱਚੀ ਆਵਾਜ਼ਾਂ ਸੁਣ ਕੇ ਡਰਦੇ। ਹੋਤ ਕੋਖ ਜਹ ਗਰਜ ਸੁਹਾਵਤ। ਇਸ ਤਰ੍ਹਾਂ ਕਰਕੇ ਮੋਰਾਂ ਦੀ ਜਿਹੜੀ ਗਰਜ ਹੈ, ਬੱਦਲਾਂ ਦੀ ਗਰਜ ਸੁਣ ਸੁਣ ਕੇ ਮੋਰ ਬਹੁਤ ਖੁਸ਼ ਹੁੰਦੇ ਹਨ। ਅਮਰ ਮਯੂਰ ਹਰਖ ਉਪਜਾਵਤ। ਇਸ ਪ੍ਰਕਾਰ ਬਹੁਤ ਖੁਸ਼ੀ ਦਾ ਮਾਹੌਲ ਬਣਿਆ, ਕਿਉਂਕਿ ਗਰਮੀ ਤੋਂ ਛੁਟਕਾਰਾ ਹੋਇਆ। ਮੀਂਹ ਪੈਣ ਕਰਕੇ ਸਾਰੇ ਪਾਸੇ ਚਹਿਲ ਪਹਿਲ ਫੈਲ ਗਈ ਹੈ ਔਰ ਹਰਿਆਵਲਾ ਜਿਹਾ ਮੌਸਮ ਬਣ ਗਿਆ ਹੈ, ਹਰਿਆਲੀ ਹੋ ਗਈ ਹੈ। ਚੰਚਲ ਜੋ ਚੰਚਲਾ ਚਮਕਾਵਤ। ਆਕਾਸ਼ ਵਿੱਚ ਬੜੀ ਜ਼ੋਰ ਜ਼ੋਰ ਦੀ ਬੱਦਲ ਗਰਜਦੀ ਹੈ ਬਿਜਲੀ। ਹਾਂਜੀ, ਪਾਨ ਕਿਰਪਾਨ ਹੈ ਲਈ ਨਚਾਵਤ। ਇਸ ਤਰ੍ਹਾਂ ਜਾਪਦਾ ਵੀ ਜਿਵੇਂ ਕੋਈ ਸੂਰਮਾ ਆਪਣੇ ਹੱਥ ਦੇ ਵਿੱਚ ਨੰਗੀ ਕਿਰਪਾਨ ਨੂੰ ਲਹਿਰਾਉਂਦਾ ਹੁੰਦਾ ਹੈ। ਇਸ ਤਰ੍ਹਾਂ ਜਿਵੇਂ ਉਹ ਸ੍ਰੀ ਸਾਹਿਬ ਚਮਕਦੀ ਹੈ, ਇਸ ਤਰ੍ਹਾਂ ਆਕਾਸ਼ ਦੇ ਉੱਪਰ ਬਿਜਲੀ ਚਮਕਦੀ ਹੈ। ਦੰਤ ਪੰਕਤੀ ਸ਼ੁਭਤ ਬਲਾਕਾ। ਔਰ ਨਿਤੀ ਆਕਾਸ਼ ਦੇ ਵਿੱਚ ਬੁਗਲਿਆਂ ਦੀਆਂ ਡਾਰਾਂ ਉੜਦੀਆਂ ਦਿਖਾਈ ਦਿੰਦੀਆਂ ਹਨ। ਸ਼ਿਆਮ ਸਰੂਪ ਬਨਿਓ ਅਸਤਾਂਕਾ। ਤਾਂ ਉੱਪਰ ਆਕਾਸ਼ ਦੇ ਉੱਪਰ ਕਾਲੇ ਬੱਦਲ ਛਾਏ ਰਹਿੰਦੇ ਹਨ। ਮਿਲਦਾ ਦੁਰਬਹ ਸ਼ਬਦ ਪੁਕਾਰਾ। ਮਾਨੋ ਜਿਵੇਂ ਹੁਣ ਬਰਸਾਤ ਦੀ ਮੌਸਮ ਹੋਵੇ, ਟਿੱਡੀਆਂ, ਡੱਡੂ, ਇਸ ਤਰ੍ਹਾਂ ਦੀ ਬਹੁਤ ਆਵਾਜ਼, ਯਾਨੀ ਕਿ ਪੰਛੀ ਕਰਦੇ ਨੇ, ਜਾਂ ਜੀਵ ਜੰਤੂਆਂ ਦੀ ਆਵਾਜ਼ ਹੁੰਦੀ ਹੈ। ਡੱਡੂਆਂ ਦੀ ਆਵਾਜ਼ ਹੁੰਦੀ ਹੈ ਜਦੋਂ ਮੀਂਹ ਦੀ ਮੌਸਮ ਹੁੰਦੀ ਹੈ ਨਾ, ਮੀਂਹ ਪੈ ਜਾਂਦਾ, ਬੜੇ ਖੁਸ਼ ਹੁੰਦੇ ਨੇ ਡੱਡੂ, ਉਹਨਾਂ ਦੀ ਉੱਚੀ ਉੱਚੀ ਆਵਾਜ਼ ਹੁੰਦੀ ਹੈ। ਹਾਂਜੀ, ਮਨਹੁ ਪੜਤ ਬਾਲਕ ਚਟਸਾਰਾ। ਤਾਂ ਇਸ ਪ੍ਰਕਾਰ ਇਸ ਤਰ੍ਹਾਂ ਲੱਗਦਾ ਹੈ ਡੱਡੂਆਂ ਦੀ ਆਵਾਜ਼ ਜਦੋਂ ਬੱਚੇ ਸਕੂਲ ਦੇ ਵਿੱਚ ਉੱਚੀ ਉੱਚੀ ਪਹਾੜੇ ਪੜ੍ਹ ਰਹੇ ਹੋਣ, ਇੱਕ ਦੂਏ ਦੇ ਨਾਲ ਸੁਰ ਨਾਲ ਸੁਰ ਮਿਲਾ ਕੇ। ਬਰਸਾਤ ਦੀ ਮੌਸਮ 'ਚ ਖੇਤਾਂ 'ਚ ਬੋਲਦੇ ਹੁੰਦੇ ਨੇ, ਟੀਕੀ ਰਾਹ 'ਚ ਡੱਡੂ ਕਿਵੇਂ ਬੋਲਦੇ ਨੇ। ਹਾਂਜੀ, ਜਰਤੇ ਜਰਗਿਓ ਜੁਹੂ ਜਵਾਸਾ। ਤਾਂ ਇਸ ਪ੍ਰਕਾਰ ਕਵੀ ਜੀ ਉਪਮਾ ਕਰਦੇ ਹਨ। ਹਾਂਜੀ, ਪੜੋ। ਬ੍ਰਹਮ ਗਿਆਨ ਪੈ ਜੈਸ ਮੁਮੋਖੂ। ਤਾਂ ਕਹਿਣ ਲੱਗੇ ਜਿਵੇਂ ਬ੍ਰਹਮ ਗਿਆਨ ਹੋਣ ਨਾਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਜਗਿਆਸੂ ਦੇ ਅੰਦਰ ਆਨੰਦ ਵਰਤ ਜਾਂਦਾ ਹੈ। ਬ੍ਰਹਮ ਰੂਪ ਹੋਵਤ ਬਿਨ ਦੋਖੂ। ਤਾਂ ਬਿਨਾਂ ਦੋਖ ਤੋਂ ਬ੍ਰਹਮ ਰੂਪ ਬਣ ਜਾਂਦਾ ਸੰਸਾਰ। ਉਹਦੇ ਸੰਸੇ ਸੰਕਲਪ ਵਿਕਲਪ ਮਿਟ ਜਾਂਦੇ ਨੇ, ਉਹਦਾ ਡਰ ਭੈ ਚੱਕਿਆ ਜਾਂਦਾ ਹੈ, ਕਿਉਂਕਿ ਸਾਰੇ ਬ੍ਰਹਮ ਨਜ਼ਰ ਆ ਗਿਆ, ਦੂਆਪਣ ਰਹੀ ਨਹੀਂ ਜਾਂਦਾ ਔਰ ਸੁਖੇ ਸੁਖ ਆਨੰਦ ਹੀ ਆਨੰਦ ਵਰਤਦਾ ਹੈ। ਇਸੇ ਪ੍ਰਕਾਰ ਤਜ ਮਰਿਆਦ ਉਛਰੇ ਲਗਤਾਲਾ। ਤਾਂ ਕਹਿਣ ਲੱਗੇ ਜਿਵੇਂ ਮੀਂਹ ਪੈਣ ਦੇ ਨਾਲ ਟੋਭੇ ਨਾਲੇ ਬਛੜ ਜਾਂਦੇ ਹਨ, ਜਿਉ ਸ਼੍ਰੀ ਮਦ ਤੇ ਨੀਚ ਕੁਚਾਲਾ। ਇਸੇ ਪ੍ਰਕਾਰ ਮਹਾਰਾਜ ਜੀ ਨਿਤ ਹੀ ਆਪਣਾ ਉਪਦੇਸ਼ ਦੇ ਕੇ, ਜਿਵੇਂ ਬਹੁਤ ਗਰਮੀ ਦੀ ਰੁੱਤ ਦੇ ਵਿੱਚ ਬਰਸਾਤ ਪੈਣ ਦੇ ਨਾਲ ਇੰਨੀ ਖੁਸ਼ਹਾਲੀ ਫੈਲਦੀ ਹੈ, ਜਿੰਨੀ ਪਿੱਛੇ ਉਦਾਹਰਨਾਂ ਦਿੱਤੀਆਂ ਨੇ, ਐਵੇਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸੰਸਾਰ ਵਿੱਚ ਪ੍ਰਗਟ ਹੋਏ, ਨਾਮ ਜਪਣ ਵਾਲੇ ਜੀਵਾਂ ਦੇ ਅੰਦਰ
ਭਗਤਾਂ ਦੇ ਅੰਦਰ, ਜਗਿਆਸੂਆਂ ਦੇ ਅੰਦਰ ਖੁਸ਼ਹਾਲੀ ਫੈਲ ਗਈ। ਸੁੱਕੇ ਮਨ ਹਰੇ ਹੋ ਗਏ। ਮਨ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਵੈਰੀ ਸ਼ਾਂਤ ਹੋ ਗਏ ਔਰ ਉਹਨਾਂ ਦੇ ਅੰਦਰ ਵਿਚਾਰ ਰੂਪੀ ਅੰਦਰ ਵਿਵੇਕ ਬੁੱਧ ਵਿਚਾਰ ਪੈਦਾ ਹੋ ਗਏ। ਹਰ ਵੇਲੇ ਮਨ ਚੰਗਿਆਈ ਬੋਲਦਾ ਰਹਿੰਦਾ ਹੈ, ਮਨੋਂ ਅੰਦਰ ਖੁਸ਼ਹਾਲੀ ਪੈਦਾ ਹੋ ਗਈ। ਇਸ ਤਰ੍ਹਾਂ ਕਵੀ ਜੀ ਉਪਮਾ ਕਰਦੇ ਨੇ ਕਿ ਸਾਰੇ ਪਾਸੇ ਪਾਪ ਨਗਰੀ ਸ਼ਾਂਤ ਹੋ ਗਈ, ਜਿਸ ਪ੍ਰਕਾਰ ਬਰਸਾਤਾਂ ਪੈਣ ਦੇ ਨਾਲ ਹੁੰਦੀ ਹੈ ਔਰ ਗਿਆਨ ਦਾ ਚਾਨਣਾ ਫੈਲਣ ਲੱਗ ਪਿਆ। ਪਾਪਾਂ ਦੀ ਅਗਨ ਸ਼ਾਂਤ ਹੋ ਗਈ ਔਰ ਨਾਮ ਦੀ ਸੀਤਲ ਹਵਾ ਵਗਣ ਲੱਗ ਗਈ। ਐਸਾ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੋਇਆ। ਹਾਂਜੀ, ਉਡਤ ਧੂਰ ਜੋ ਸਗਲ ਬਿਲਾਨੀ। ਹੁਣ ਜਿਵੇਂ ਦੂਜੀ ਉਪਮਾ ਉਦਾਹਰਨ ਦਿੰਦੇ ਨੇ, ਜਿਵੇਂ ਬਹੁਤ ਗਰਦਾ ਉੱਡਦਾ ਗਰਮੀ 'ਚ, ਮੀਂਹ ਪੈਣ ਦੇ ਨਾਲ ਸਾਰੇ ਸ਼ਾਂਤ ਹੋ ਜਾਂਦੀ ਹੈ, ਗਰਦਾ ਦਬ ਜਾਂਦਾ ਹੈ। ਹਾਂਜੀ, ਜਿਉ ਸਤ ਗੁਰ ਮਿਲ ਕੁਮਤ ਨਸਾਨੀ। ਇਸ ਪ੍ਰਕਾਰ ਤਮਾਮ ਜੀਵਾਂ ਦੇ ਮਨ ਸ਼ਾਂਤ ਹੋ ਗਏ। ਉਹਨਾਂ ਵਿੱਚ ਉੜਦੀ ਵਿਕਾਰਾਂ ਦੀ ਮਿੱਟੀ ਵਹਿ ਗਈ। ਉਹਨਾਂ ਵਿੱਚ ਉੜਦਾ ਹੰਕਾਰ ਦਾ ਗਰਦਾ ਬਹਿ ਗਿਆ, ਆਰਾਮ ਨਾਲ ਟਿਕ ਗਿਆ, ਮਨ ਸ਼ਾਂਤ ਹੋ ਗਿਆ। ਪੰਥੀ ਚਲਤ ਧਾਮ ਬਿਸਰਾਮੇ। ਤਾਂ ਇਸ ਪ੍ਰਕਾਰ ਬਹੁਤ ਆਰਾਮ ਦੇ ਨਾਲ ਮਨ ਟਿਕ ਗਏ ਸਭ ਦੇ, ਸਾਧੂਆਂ ਦੇ, ਸੰਤਾਂ ਦੇ, ਮਹਾਤਮਾ ਦੇ, ਨਾਮ ਜਪਣ ਵਾਲਿਆਂ ਦੇ। ਜਿਉ ਮਨ ਥਿਰ ਸਿਮਰਤ ਹਰ ਨਾਮੇ। ਹਾਂ, ਜਿਵੇਂ ਮਨ ਸਿਮਰਨ ਦੇ ਵਿੱਚ ਟਿਕ ਜਾਂਦਾ ਹੈ, ਇਸੇ ਪ੍ਰਕਾਰ ਮਹਾਰਾਜ ਜੀ ਦੇ ਪ੍ਰਤਾਪ ਦਾ ਸਦਕਾ ਅੰਦਰ ਸ਼ੁਭ ਗੁਣ ਸਾਰਿਆਂ ਦੇ ਅੰਦਰ ਟਿਕ ਰਹੇ ਸੀ। ਜਿਉ ਲੀਲਾ ਕੀ ਨੀਰਤ ਬਰਖਾ। ਹੁਣ ਮਹਾਰਾਜ ਜੀ ਕਹਿੰਦੇ ਨੇ, ਭਾਈ ਬਾਲਾ ਜੀ ਸੁਣਾਉਣ ਲੱਗੇ ਨੇ, ਜਿਉਂ ਹੀ ਬਰਖਾ ਦੀ ਰੁੱਤ ਹੋਈ, ਹੁਣ ਸੁਣੋ ਮਹਾਰਾਜ ਜੀ ਕੀ ਲੀਲਾ ਕਰਦੇ ਹਨ। ਜਿਉ ਮੈਂ ਕਹੂੰ ਸੁਨੋ ਸੋ ਹਰਖਾ। ਆਪ ਸਭ ਨੂੰ ਮੈਂ ਪਿਆਰ ਦੇ ਨਾਲ ਮਹਾਰਾਜ ਜੀ ਦੀ ਸਾਖੀ ਸੁਣਾਉਂਦਾ ਹਾਂ। ਏਕ ਦਿਵਸ ਕਾਲੂ ਲੈ ਅੰਕਾ। ਇੱਕ ਦਿਨ ਮਹਿਤਾ ਕਾਲੂ ਜੀ ਆਪਣੇ ਘਰ ਆਉਂਦੇ ਹਨ ਕਰ ਦੁਲਾਰ ਪਿਖ ਬਦਨ ਮਯੰਕਾ। ਤੇ ਆਪਣੇ ਪੁੱਤਰ ਨੂੰ ਬੜੇ ਪਿਆਰ ਦੇ ਨਾਲ ਨੇੜੇ ਬਿਠਾ ਕੇ ਪਿਆਰ ਕਰਦੇ ਨੇ, ਮੱਥਾ ਚੁੰਮਦੇ ਨੇ, ਗਲਵੱਕੜੀ ਵਿੱਚ ਲੈਂਦੇ ਨੇ ਔਰ ਪਿਆਰ ਦੇ ਨਾਲ ਇਸ ਤਰ੍ਹਾਂ ਲੱਗੇ ਕਹਿਣ ਬਚਨ ਕਹਿਤ ਸੁਤ ਤੂੰ ਪਾਸਿਆਨਾ। ਕਿ ਐ ਮੇਰੇ ਪੁੱਤਰ, ਤੂੰ ਬਹੁਤ ਸਿਆਣਾ ਹੈ। ਅਬ ਨਾ ਕਰਤ ਗੋ ਸੰਗ ਬਨ ਜਾਨਾ। ਹੁਣ ਇਉਂ ਕਰਿਆ ਕਰ, ਹੁਣ ਤੂੰ ਗਊਆਂ ਮੱਝਾਂ ਚਾਰਨੀਆਂ ਛੱਡ ਦੇ, ਉਹ ਕੰਮ ਤੈਨੂੰ ਬੰਦ ਕਰਾ ਦਿੱਤਾ ਤੇਰੀ ਮਾਤਾ ਨੇ। ਉਬੈ ਬ੍ਰਿਖਾ ਬਨਿਜ ਉਛਕ ਮਾਹੀ। ਤਾਂ ਹੁਣ ਇਉਂ ਕਰਿਆ ਕਰ ਤੂੰ ਕਿ ਹੁਣ ਤੂੰ ਜੰਗਲ ਵਿੱਚ ਨਾ ਜਾਇਆ ਕਰ, ਮੱਝਾਂ ਗਾਵਾਂ ਚਾਰਨ ਨਾ ਜਾਇਆ ਕਰ। ਉਬੈ ਬ੍ਰਿਖੰਭ ਨਿਜ ਔਖਛ ਮਾਹੀ, ਕਿ ਹੁਣ ਤੂੰ ਜੰਗਲਾਂ ਦੇ ਵਿੱਚ ਪਸ਼ੂਆਂ ਨੂੰ ਚਾਰਨ ਨਾ ਜਾਇਆ ਕਰ। ਲਿਹੋ ਨਿਕਾਸ ਤਰਨ ਜੋ ਆਹੀ। ਹੁਣ ਇਉਂ ਕਰ, ਫਿਰ ਤੈਨੂੰ ਮੈਂ 2 ਬੈਲ ਲੈ ਕੇ ਦਿੰਦਾ ਹਾਂ, ਤੂੰ ਜਵਾਨ ਹੋ ਗਿਆ, ਤੈਨੂੰ ਮੈਂ ਤਕੜੇ 2 ਬੈਲ ਲੈ ਕੇ ਦਿੰਨਾ ਤੇ ਤੂੰ ਖੇਤੀ ਕਰਿਆ ਕਰ। ਇਸ ਤਰ੍ਹਾਂ ਪਿਤਾ ਜੀ ਨੇ ਘਰ ਬੈਠ ਕੇ ਮਹਿਤਾ ਕਾਲੂ ਜੀ ਨੇ ਮਹਾਰਾਜ ਜੀ ਨੂੰ ਕਹਿਣ ਲੱਗੇ, ਲਾਂਗੁਲ ਸੰਗ ਬਹਰ ਕਰ ਕੰਮ। ਕਹਿਣ ਲੱਗੇ ਮੈਂ ਤੇਰੇ ਨਾਲ ਨੌਕਰ 2 ਲਾ ਦਿਆਂਗਾ, ਤੇਰੇ ਨਾਲ ਖੇਤੀ ਵੱਟੀ ਦਾ ਕੰਮ ਕਰਾ ਦਿਆ ਕਰਨਗੇ। ਬੀਜ ਸੋ ਲੈਹੋ ਸਵਾ ਮਨ ਧਾਮ। ਮੈਂ ਤੈਨੂੰ 1.25 ਮਣ ਘਰ ਤੋਂ ਬੀਜ ਦੇ ਦਿੰਦਾ ਹਾਂ। ਜਾਏ ਰਾਹੀ ਖੇਤ ਨਿਰਾਲਾ। ਹੁਣ ਇਉਂ ਕਰ, ਬਲਦਾਂ ਦੀ ਜੋੜੀ ਲੈ ਲੈ, 2 ਨੌਕਰ ਨਾਲ ਲੈ ਲੈ ਤੇ ਜਾ ਕੇ ਵਾਹੀ ਕਰ, ਖੇਤੀ ਕਰ ਔਰ ਨੌਕਰਾਂ ਪਾਸੋਂ ਖੇਤੀ ਕਰਾ। 1.25 ਮਣ ਬੀਜ ਦਿੰਨੇ ਆ ਤੇ ਇਹ ਬੀਜ ਦੇ, ਖੇਤੀ ਕਰ। ਔਰ ਹੋ ਨੀਰ ਸੋਚ ਹੈ ਪ੍ਰਤੀਪਾਲਾ। ਤੇ ਇਉਂ ਕਰ, ਪਾਣੀ ਦੇ ਕੇ ਫਸਲ ਨੂੰ ਸਿੰਚਣਾ ਕਰਨਾ, ਸੋਹਣੀ ਹਰੀ ਭਰੀ ਫਸਲ ਉਗਾਉਣਾ। ਮ੍ਰਿਗ ਪਸ਼ੂਆਂ ਕੇ ਹੋਏ ਰਖਵਾਰੇ। ਇੱਕ ਕੰਮ ਹੋਰ ਕਰਨਾ ਪੁੱਤਰ, ਰਾਖੀ ਰੱਖੀ ਫਸਲ ਦੀ। ਤੇਰਾ ਸੁਭਾਅ ਮਸਤਾਨਾ ਹੈ, ਜਿੱਥੇ ਬੈਠਦਾ ਬਹਿ ਜਾਂਦਾ, ਧਿਆਨ ਨਹੀਂ ਰੱਖਦਾ, ਤੇ ਪਸ਼ੂਆਂ ਦਾ, ਮਿਰਗਾਂ ਦਾ ਧਿਆਨ ਰੱਖੀ, ਕਿਤੇ ਖੇਤੀ ਨਾ ਉਜਾੜ ਦੇਣ। ਕ੍ਰਿਖ ਪਕਾਏ ਕੀ ਜੈ ਖਲਵਾਰੇ। ਇਸ ਕਰਕੇ ਖੇਤੀ ਨੂੰ ਪੱਕਣ ਤੱਕ ਪੂਰੀ ਤੁਸੀਂ ਨਿਗਾਹ ਰੱਖਣੀ ਹੈ, ਖੇਤੀ ਨੂੰ ਪਾਲਣਾ ਹੈ। ਜੇ ਅਨ ਹੋ ਬਹੁ ਇੱਕ ਬਾਰੀ। ਜਦੋਂ ਤੁਸੀਂ ਖੇਤੀ ਪਕਾ ਕੇ, ਫਸਲ ਨੂੰ ਪਕਾ ਕੇ
ਯਾਨੀ ਖੇਤ ਦੀ ਰਾਖੀ ਰੱਖ ਕੇ ਫਸਲ ਨੂੰ ਪਕਾ ਕੇ ਬਹੁਤ ਸਾਰਾ ਅੰਨ ਉਗਾ ਲਵੋਗੇ। ਰਖ ਦੇਵੋ ਕਾਮੇ ਦੋਏ ਚਾਰੀ। ਫਿਰ ਇਉਂ ਕਰਾਂਗੇ, ਫਿਰ ਤੈਨੂੰ 2 ਦੀ ਜਿਵੇਂ 4 ਹੋਰ ਨੌਕਰ ਰੱਖ ਦਿਆਂਗੇ ਤੇ ਜ਼ਮੀਨ ਤੈਨੂੰ ਹੋਰ ਦੇ ਦਿਆਂਗੇ ਬਾਈ ਜੋਗੀ। ਬਲਦਾਂ ਦੀ 2 ਦੀ ਜਗ੍ਹਾ 4 ਬਲਦ ਤੈਨੂੰ ਲੈ ਕੇ ਦੇ ਦੇਵਾਂਗਾ। ਇਸ ਤਰ੍ਹਾਂ ਤੂੰ ਦਿਨ ਪਰ ਦਿਨ ਖੇਤੀ ਉਦਮ ਕਰਕੇ ਕਰੇਂਗਾ, ਉਤਸ਼ਾਹ ਦੇ ਨਾਲ ਕਰੇਂਗਾ ਤੇ ਤੈਨੂੰ ਕਹਿਣ ਲੱਗੇ ਹੋਰ ਜ਼ਮੀਨ ਲੈ ਕੇ ਦੇ ਦਿਆਂਗੇ। ਅਸਬਿਦ ਕੀ ਕ੍ਰਿਤ ਕਰਹੁ ਨਿਬਾਹੀ। ਇਸ ਢੰਗ ਦੇ ਨਾਲ ਤੂੰ ਆਪਣੀ ਕਿਰਤ ਨੂੰ ਕਰੋ। ਅਟੁੱਟ ਹੋਏ ਸਭ ਕਿਛ ਕਰ ਮਾਹੀ। ਫਿਰ ਘਰ ਦੇ ਵਿੱਚ ਵਾਧਾ ਹੀ ਵਾਧਾ ਹੋਵੇਗਾ, ਹੋਰ ਬਹੁਤ ਅੰਨ ਪਾਣੀ ਘਰ ਦੇ ਵਿੱਚ ਆਵੇਗਾ, ਮਾਇਆ ਆਵੇਗੀ। ਇਸ ਪ੍ਰਕਾਰ ਸ੍ਰੀ ਨਾਨਕ ਸੁਨ ਕਰ ਪਿਤ ਬਾਣੀ। ਤਾਂ ਇਸ ਪ੍ਰਕਾਰ ਪਿਤਾ ਜੀ ਦੇ ਬਚਨ ਸੁਣ ਕੇ ਮਹਾਰਾਜ ਜੀ ਚੁੱਪ ਕਰ ਰਹੇ। ਜੋ ਤਨ ਤ੍ਰਿਸ਼ਨਾ ਮਹਿਲ ਪਟਾਨੀ। ਮਹਾਰਾਜ ਜੀ ਮਨ ਵਿੱਚ ਸੋਚਦੇ ਨੇ ਕਿ ਪਿਤਾ ਜੀ ਨੂੰ ਹਰ ਵੇਲੇ ਪੈਸਾ ਕਰਦੇ ਰਹਿੰਦੇ ਨੇ ਕਿ ਇਹ ਕੰਮ ਕਰ ਲੈ, ਕੋਈ ਦੁਕਾਨਦਾਰੀ ਕਰ ਲੈ। ਹੁਣ ਆਮ ਘਰਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ, ਜਦੋਂ ਬੱਚੇ ਵੱਡੇ ਹੋ ਜਾਣ, ਪੜ੍ਹਨਾ ਨਾ ਬੱਚੇ, ਫਿਰ ਕਹਿੰਦੇ ਨੇ ਕੋਈ ਕੰਮ ਸਿੱਖ ਲੈ, ਕਿਤੇ ਕੰਮ ਲੱਗ ਜਾ, ਵਿਹਲੇ ਬੈਠੇ ਤਾਂ ਤੇਰੇ ਕਿਵੇਂ ਰੁਜ਼ਗਾਰਾ ਹੋਏਗਾ, ਕੀ ਖਾਏਂਗਾ, ਕੱਲ੍ਹ ਨੂੰ ਤੇਰਾ ਰਿਸ਼ਤਾ ਵੀ ਨਹੀਂ ਹੋਣਾ। ਇਸ ਤਰ੍ਹਾਂ ਆਮ ਘਰਾਂ ਵਿੱਚ ਇਹ ਗੱਲਾਂ ਹੁੰਦੀਆਂ ਨੇ। ਇਹ ਤਾਂ ਜਗਤ ਦੀ ਕਾਰ ਹੈ, ਇਸੇ ਤਰ੍ਹਾਂ ਚੱਲਦੀ ਆਉਂਦੀ ਹੈ। ਉਸ ਟਾਈਮ ਵੀ ਮਹਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਤੂੰ ਖੇਤੀ ਦਾ ਕੰਮ ਕਰੇਂਗਾ ਤਾਂ ਸਾਰੀ ਦੁਨੀਆ ਜਿਹੜੇ ਤੈਨੂੰ ਤਾਨੇ ਮਾਰਦੀ ਹੈ, ਮੈਨੂੰ ਦੇਖ ਦੇਖ ਕੇ ਤਾਨੇ ਮਾਰਦੇ ਨੇ, ਇਹ ਚੁੱਪ ਹੋ ਜਾਣਗੇ ਕਿ ਮਹਿਤਾ ਕਾਲੂ ਜੀ ਦਾ ਪੁੱਤਰ ਆਲਸੀਆ ਨਹੀਂ ਹੈ। ਦੇਖੋ ਖੇਤੀ ਕਰਕੇ ਕਿੰਨੀ ਫਸਲ ਉਗਾਈ ਹੈ, ਤੇਰੇ ਹੱਥ ਵਿੱਚ ਬਰਕਤ ਹੈ, ਤੇਰੇ ਮਨ ਵਿੱਚ ਬਲ ਛਲ ਕਪਟ ਨਹੀਂ ਹੈ, ਪਰਮੇਸ਼ਰ ਦੀ ਤੇਰੇ ਤੇ ਦਇਆ ਹੈ, ਕਿਰਪਾ ਹੈ। ਜੇ ਤੂੰ ਬੀਜ ਬੀਜੇਂਗਾ ਤਾਂ ਤੇਰੇ ਫਸਲਵਾੜੀ ਬਹੁਤ ਉਗੇਗੀ। ਬਹੁਤ ਗੱਲਾਂ ਇਸ ਤਰ੍ਹਾਂ ਮਹਿਤਾ ਕਾਲੂ ਜੀ ਸਮਝਾਉਂਦੇ ਨੇ ਕਿ ਫਸਲਵਾੜੀ ਉਗਾ ਕੇ ਜਦੋਂ ਹਰੀ ਭਰੀ ਹੋ ਜਾਵੇ, ਪਸ਼ੂਆਂ ਤੋਂ ਰਾਖੀ ਵੀ ਰੱਖੀ, ਟਾਈਮ ਸਿਰ ਪਾਣੀ ਵੀ ਦੇਈਂ, ਔਰ ਜਦੋਂ ਫਸਲ ਪੱਕ ਕੇ ਵੱਡੀ ਹੋ ਜਾਵੇ ਵੱਢਣ ਵਾਸਤੇ, ਉਦੋਂ ਫਸਲ ਨੂੰ ਵੱਢ ਕੇ ਦਾਣੇ ਲੈ ਕੇ ਆਵੇਂਗਾ ਤਾਂ ਜਿਹੜੇ ਲੋਕ ਗੱਲਾਂ ਕਰਦੇ ਨੇ ਸਾਰੇ ਚੁੱਪ ਹੋ ਜਾਣਗੇ। ਫਿਰ ਤੈਨੂੰ ਮੈਂ ਹੋਰ ਜ਼ਮੀਨ ਲੈ ਕੇ ਦੇ ਦਿਆਂਗਾ। ਫਿਰ ਆਪਣੇ ਕੋਲੇ ਪੈਸੇ ਹੋ ਜਾਣਗੇ, ਆਰਾਮ ਨਾਲ ਸੁੱਖ ਸਹੂਲਤ ਦੇ ਨਾਲ ਸਮਾਂ ਬਤੀਤ ਕਰਾਂਗੇ। ਤੈਨੂੰ ਕੋਈ ਨਖੱਟੂ ਨਹੀਂ ਕਹੇਗਾ, ਆਲਸੀਆ ਨਹੀਂ ਕਹੇਗਾ, ਮਸਤਾਨਾ ਨਹੀਂ ਕਹੇਗਾ। ਜਦੋਂ ਇਹ ਲੋਕੀ ਬੋਲ ਮਾਰਦੇ ਨੇ, ਮਹਿਤਾ ਕਾਲੂ ਜੀ ਕਹਿੰਦੇ ਸਾਨੂੰ ਅੰਦਰ ਚੁਭਦੇ ਨੇ ਗੱਲਾਂ। ਇੱਕੋ ਇੱਕ ਪੁੱਤਰ ਹੋਵੇ ਤੇ ਦੂਜਾ ਬੋਲ ਮਾਰੇ, ਇਹ ਸਾਨੂੰ ਬਹੁਤ ਔਖਾ ਹੈ ਸੁਣਨਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮਹਿਤਾ ਕਾਲੂ ਜੀ ਅੱਜ ਮਹਾਰਾਜ ਜੀ ਨੂੰ ਸਮਝਾ ਰਹੇ ਹਨ। ਸੁਨਹੁ ਪਿਤਾ ਜੀ ਆਇਸ ਜੈਸੀ। ਮਹਾਰਾਜ ਜੀ ਚੁੱਪ ਕਰ ਗਏ। ਮਹਾਰਾਜ ਜੀ ਚੁੱਪ ਕਰ ਗਏ, ਕਹਿਣ ਲੱਗੇ ਠੀਕ ਹੈ ਪਿਤਾ ਜੀ, ਜਿਵੇਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ। ਕਹੋ ਆਪ ਹੋਂ ਕਰਹੁ ਤੈਸੀ। ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਤਬ ਕਾਲੂ ਦੇ ਬੀਜ ਤੁਲਾਇਆ। ਤਾਂ ਫਿਰ ਮਹਿਤਾ ਕਾਲੂ ਜੀ ਨੇ ਘਰ ਤੋਂ ਬੀਜ ਦਿੱਤਾ ਤੋਲ ਕੇ। ਇੱਕ ਕਾਮਾ ਸੁਧ ਸੰਗ ਰਲਾਇਆ। ਤਾਂ ਪਹਿਲਾਂ ਇੱਕ ਕੰਮ ਕਰਨ ਵਾਲਾ ਕਾਮਾਂ ਨਾਲ ਰਲਾਇਆ। ਲਾਂਗੁਲ ਬੀਜ ਲਏ ਕਰ ਦੋ। ਦੋਵੇਂ ਬੀਜ ਲੈ ਕੇ ਖੇਤ ਨੂੰ ਚਲੇ ਗਏ ਔਰ ਚੱਲ ਕੇ ਹਲ ਵਾਹੁਣ ਲੱਗ ਪਏ। ਵਾਹੁਣ ਗਏ ਭੂਮਿਕਾ ਸੋ। ਹੁਣ ਜਿਹੜੀ ਖੇਤੀ ਦੱਸੀ ਸੀ ਮਹਿਤਾ ਕਾਲੂ ਜੀ ਨੇ ਵੀ ਇਹ ਥਾਂ ਆਪਣੀ ਹੈ, ਇਹਨੂੰ ਵਾਹ ਲਿਓ, ਬਲਦ ਲੈ ਕੇ ਸਵੇਰੇ ਹੀ ਚੱਲ ਪਏ, ਹਲ ਦੇ ਨਾਲ ਜੋਤਣ ਲੱਗ ਪਏ। ਕਹੂੰ ਕਹੂੰ ਕਾਢਿਓ ਸੀ ਯਾਰਾ। ਤਾਂ ਇਸ ਪ੍ਰਕਾਰ ਖੇਤ ਵਾਹ ਕੇ, ਜਿਵੇਂ ਖੇਤ ਬੀਜਦੇ ਹੁੰਦੇ, ਪਹਿਲਾਂ ਪਿੱਛੇ ਪਿੱਛੇ ਮੂਹਰੇ ਮੂਹਰੇ ਹਲ ਚੱਲਦਾ ਹੁੰਦਾ, ਪਿੱਛੇ ਪਿੱਛੇ ਬੀਜ ਸਿੱਟਦੇ ਜਾਂਦੇ। ਇਸੇ ਪ੍ਰਕਾਰ ਜਿਹੜਾ ਨੌਕਰ ਹੈ ਉਹ ਮੂਹਰੇ ਬਲਦਾਂ ਨੂੰ ਜੋਤੀ ਜਾਂਦਾ ਹੈ, ਪਿੱਛੇ ਮਹਾਰਾਜ ਜੀ ਬੀਜ ਬੀਜੀ ਜਾਂਦੇ ਨੇ। ਇਸ ਪ੍ਰਕਾਰ ਜੀਤੋ ਬੀਜ ਦੀਏ ਸਭ ਵਿਸਤਾਰਾ। ਤੇ ਮਹਾਰਾਜ ਜੀ ਨੇ ਵਿਸਤਾਰ ਦੇ ਨਾਲ ਬੜੇ ਚੰਗੇ ਢੰਗ ਦੇ ਨਾਲ ਸਾਰਾ ਬੀਜ ਬੀਜ ਦਿੱਤਾ। ਪਈ ਸਾਂਝ ਆਏ ਨਿਜ ਸਦਨਾ। ਹੁਣ ਸ਼ਾਮ ਹੋ ਗਈ, ਸ਼ਾਮ ਹੋਣ ਤੇ ਆਪੋ ਆਪਣੇ ਘਰ ਨੂੰ ਆ ਗਏ। ਕਾਲੂ ਪਰ ਫੁੱਲਤ ਪਿਖ ਬਦਨਾ। ਤੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ
ਖੁਸ਼ ਤਾਂ ਹੋਏ ਵੀ ਅੱਜ ਮੇਰੇ ਪੁੱਤਰ ਨੇ ਹਲ ਚਲਾਇਆ ਹੈ, ਖੇਤੀ ਦਾ ਕੰਮ ਕੀਤਾ ਹੈ, ਬੀਜ ਬੀਜ ਕੇ ਆਇਆ ਹੈ। ਸ੍ਰੀ ਗੁਰ ਕਰ ਮਹਿ ਬਰਕਤ ਭਾਰੀ। ਤੇ ਮਹਾਰਾਜ ਜੀ ਦੇ ਹੱਥਾਂ ਵਿੱਚ ਬਰਕਤ ਤਾਂ ਹੋਣੀ ਏ ਸੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋਈ ਥਾਨ ਸੁਹਾਵਾ ਰਾਮ ਰਾਜੇ। ਹੁਣ ਆਪਣੇ ਹੱਥ ਦੇ ਨਾਲ ਬੀਜ ਬੀਜਿਆ ਤੇ ਉਹ ਤਾਂ ਹਰਿਆ ਭਰਿਆ ਹੋਣਾ ਹੀ ਸੀ। ਮਹਾਰਾਜ ਤਾਂ ਸੁੱਕਿਆਂ ਨੂੰ ਹਰੇ ਕਰ ਦੇਣ। ਉਹ ਤਾਂ ਫੇਰ ਵੀ ਮਹਾਰਾਜ ਜੀ ਨੇ ਆਪਣੇ ਹੱਥ ਦੇ ਨਾਲ ਬੀਜ ਬੀਜਿਆ ਹੈ। ਇਸ ਪ੍ਰਕਾਰ ਕਹਿ ਮਹਿ ਸ਼ਕਤ ਸੁ ਕਰ ਹੈ ਉਚਾਰੀ। ਹਾਂ, ਕਵੀ ਜੀ ਕਹਿੰਦੇ ਮੈਂ ਕਿਵੇਂ ਮਹਾਰਾਜ ਜੀ ਦੀ ਉਪਮਾ ਕਰਾਂ ਕਿ ਕਿੰਨੀ ਕੁ ਬਰਕਤ ਹੈ ਮਹਾਰਾਜ ਜੀ ਦੇ ਹੱਥਾਂ ਵਿੱਚ। ਦਿਵਸ ਤੀਸਰੇ ਭੀ ਸਭ ਜਾਈ। ਹੁਣ ਜਿਵੇਂ ਆਪਾਂ ਕਣਕ ਬੀਜਦੇ ਹਾਂ, ਕਣਕ ਦੀਆਂ ਤੂਈਆਂ ਨਿਕਲ ਆਉਂਦੀਆਂ ਨੇ। ਮਹਾਰਾਜ ਜੀ ਨੇ ਫਸਲ ਬੀਜੀ, ਤੀਸਰੇ ਦਿਨ ਫਸਲ ਉਗਾਈ। ਜਨ ਅਵਨੀ ਨਿਜ ਅਨੰਦ ਜਨਾਈ। ਮਾਨੋ ਕਿ ਪ੍ਰਿਥਵੀ ਵੀ ਧਰਤੀ ਵੀ ਨਿਹਾਲ ਹੋ ਗਈ। ਜਦੋਂ ਮਹਾਰਾਜ ਜੀ ਨੇ ਉੱਥੇ ਜਾ ਕੇ ਵਾਹੀ ਕੀਤੀ, ਬੀਜ ਬੀਜਿਆ, ਮਾਨੋ ਕਿ ਧਰਤੀ ਵੀ ਨਿਹਾਲ ਹੋ ਗਈ ਔਰ ਧਰਤੀ ਨੇ ਵੀ ਸੋਹਣੀ ਫਸਲ ਉਗਾ ਕੇ ਦਿੱਤੀ ਜ਼ਮੀਨ ਨੇ। ਕਾਲੂ ਜਾਏ ਕ੍ਰਿਖੀ ਜਬ ਦੇਖੀ। ਹੁਣ ਮਹਿਤਾ ਕਾਲੂ ਜੀ ਨੇ ਜਾ ਕੇ ਖੇਤ ਦੇਖੇ ਤੇ ਸਾਰਾ ਹੀ ਬੀਜ ਜੰਮ ਆਇਆ। ਜਦੋਂ ਸਾਰਾ ਹੀ ਬੀਜ ਜੰਮ ਆਇਆ, ਬੜੇ ਮਹਿਤਾ ਕਾਲੂ ਜੀ ਖੁਸ਼ ਹੁੰਦੇ ਹਨ। ਸਗਨ ਉਗੀ ਪਾ ਮੋਦ ਵਿਸ਼ੇਖੀ। ਬਹੁਤ ਖੁਸ਼ ਹੋਏ ਕਿ ਮੇਰੇ ਪੁੱਤਰ ਨੇ ਬਹੁਤ ਸੋਹਣਾ ਉਦਮ ਦੇ ਨਾਲ ਖੇਤ ਵਾਹ ਕੇ ਚੰਗੀ ਤਰ੍ਹਾਂ ਬੀਜ ਪਾਇਆ, ਸਾਰੇ ਬੀਜ ਜੰਮ ਆਇਆ ਹੈ। ਹੋਏ ਤਾਤ ਮਮ ਵੱਡ ਕ੍ਰਿਖਕਾਰਾ। ਮਨ ਵਿੱਚ ਸੋਚਦੇ ਨੇ ਮੇਰਾ ਪੁੱਤਰ ਵੱਡਾ ਕਿਸਾਨ ਬਣ ਜਾਵੇਗਾ, ਇਹਨੂੰ ਚੰਗੀ ਖੇਤੀ ਦਾ ਅਨੁਭਵ ਹੈ, ਇਹਦੇ ਹੱਥ ਵਿੱਚ ਬਰਕਤ ਹੈ, ਬੀਜ ਦਾ ਦਾਣਾ ਦਾਣਾ ਜੰਮ ਆਇਆ ਹੈ। ਇਸ ਪ੍ਰਕਾਰ ਤਿਉ ਬਸਾਏ ਇੱਕ ਗ੍ਰਾਮ ਨਿਰਾਰਾ। ਮਹਿਤਾ ਕਾਲੂ ਜੀ ਕਹਿਣ ਮਨ ਵਿੱਚ ਸੋਚਦੇ ਨੇ ਵੀ ਇਹਨਾਂ ਦੇ ਹੱਥ ਵਿੱਚ ਬਰਕਤ ਹੈ ਕਿ ਹੁਣ ਇਹ ਵੱਡਾ ਕਿਸਾਨ ਬਣ ਜਾਵੇਗਾ। ਮੈਂ ਇੱਕ ਪੂਰੇ ਪਿੰਡ ਦੀ ਜਿੰਨੀ ਜ਼ਮੀਨ ਹੁੰਦੀ ਹੈ ਇੰਨੀ ਜ਼ਮੀਨ, ਹੁਣ ਪਟਵਾਰੀ ਸਨ, ਵੀ ਇੱਕ ਪੂਰੇ ਪਿੰਡ ਜਿੰਨੀ ਜ਼ਮੀਨ ਮੈਂ ਨਾਨਕ ਜੀ ਨੂੰ ਲੈ ਕੇ ਦੇ ਦੇਵਾਂਗਾ ਔਰ ਇਹ ਖੇਤ ਜੋਤਿਆ ਕਰਨਗੇ, ਫਸਲ ਉਗਾਇਆ ਕਰਨਗੇ, ਇਹਨਾਂ ਦੀ ਮਹਿਮਾ ਸਾਰੇ ਪਾਸੇ ਫੈਲ ਜਾਵੇਗੀ ਕਿ ਮਹਿਤਾ ਕਾਲੂ ਜੀ ਦਾ ਪੁੱਤ ਵੱਡਾ ਕਿਸਾਨ ਹੋਇਆ ਹੈ, ਬੜੀ ਮਿਹਨਤ ਕਰਦਾ ਹੈ ਔਰ ਬੜੀ ਫਸਲ ਪੈਦਾ ਕਰਦਾ ਹੈ। ਇਸ ਪ੍ਰਕਾਰ ਸਾਰੇ ਪਾਸੇ ਜਗ ਦੇ ਵਿੱਚ ਕੀਰਤੀ ਫੈਲ ਜਾਵੇਗੀ। ਨਿਪਜਾ ਵਨ ਤਨ ਕਨਿਕ ਅਨਿਕ ਬਿਦਨ ਸੋ। ਕਹਿਣ ਲੱਗੇ ਬਹੁਤ ਵਿਧੀਆਂ ਦੁਆਰਾ ਘਰ ਦੇ ਵਿੱਚ ਧਨ ਦੇ ਭੰਡਾਰ ਭਰ ਜਾਣਗੇ। ਤਿਉ ਕਰਤ ਚਿਤਵਨ ਨਿਜ ਮਨ ਸੋ। ਤਾਂ ਇਸ ਤਰ੍ਹਾਂ ਮਹਿਤਾ ਕਾਲੂ ਜੀ ਆਪਣੇ ਮਨ ਦੇ ਵਿੱਚ ਖੁਸ਼ ਹੋ ਰਹੇ ਹਨ। ਸ੍ਰੀ ਗੁਰੂ ਨਾਨਕ ਹਿਰਦੇ ਵਿਚਾਰੀ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਹੁਣ ਮਹਿਤਾ ਕਾਲੂ ਜੀ ਤਾਂ ਆਪਣੇ ਮਨ ਵਿੱਚ ਸੋਚ ਰਹੇ ਨੇ ਨਾ ਇਹ ਗੱਲ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਹਿਤਾ ਕਾਲੂ ਜੀ ਮਨ ਦੀ ਗੱਲ ਜਾਣ ਗਏ ਕਿ ਪਿਤਾ ਜੀ ਤਾਂ ਹੁਣ ਗਾਹਾਂ ਤੋਂ ਗਾਹਾਂ ਵਧਣਗੇ। ਹੁਣ ਜੇ ਅੱਜ ਫਸਲ ਵਾੜੀ ਚੰਗੀ ਤਰ੍ਹਾਂ ਉਗਾ ਕੇ ਦਿਖਾ ਦਿੱਤੀ ਨਾ, ਇੱਕ ਫਸਲ ਚੰਗੇ ਦਾਣੇ ਲਿਆ ਕੇ ਘਰੇ ਦੇ ਦਿੱਤੇ, ਇਹਨਾਂ ਨੇ ਮੇਰਾ ਪੈਂਡਾ ਨਹੀਂ ਛੱਡਣਾ। ਫਿਰ ਕਹਿਣਗੇ ਹੋਰ ਖੇਤੀ ਵਧਾਓ, ਹੋਰ ਵਧਾਓ, ਹੋਰ ਵਧਾਓ, ਵੀ ਫਿਰ ਤਾਂ ਵਧੀ ਜਾਂਦਾ ਵਧਾਉਣ। ਤੇ ਇਸ ਕਰਕੇ ਮਹਾਰਾਜ ਨੇ ਆਪਣੇ ਮਨ ਵਿੱਚ ਇਹ ਗੱਲ ਵਿਚਾਰੀ ਵੀ ਇਹ ਤਾਂ ਦੁਨੀਆ ਧੰਦੇ ਕਰਦੀ ਆਈ ਤੇ ਦੁਨੀਆ ਕਰਕੇ ਚਲੀ ਗਈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਗੌੜੀ ਗੁਆਰੇਰੀ ਮਹੱਲਾ ਪੰਜਵਾ, ਆਗਲੇ ਮੂਏ ਸੇ ਪਾਛੇ ਪਰੇ, ਕਿ ਇਹ ਧੰਦੇ ਧਾੜ ਕਰਦੀ ਦੁਨੀਆ ਪਹਿਲੇ ਮਰ ਗਏ। ਜਿਵੇਂ ਬਜ਼ੁਰਗ ਹੁਣ ਵਿਚਾਰੇ ਖੇਤੀਆਂ ਕਰਦੇ, ਹਲਾਂ ਨਾਲ ਕਿੰਨਾ ਕੁਛ ਕਰਦੇ ਕਰਾਂਦੇ, ਉਹ ਵਿਚਾਰੇ ਚਲੇ ਗਏ। ਗਾਹਾਂ ਨੂੰ ਉਹਨਾਂ ਜ਼ਮੀਨਾਂ ਦੇ ਰਾਖੇ ਉਹਨਾਂ ਦੇ ਪੁੱਤਰ ਬਣ ਗਏ। ਹੁਣ ਲੱਕ ਬੰਨ੍ਹ ਕੇ ਉਹ ਖੇਤੀ ਲੱਗ ਪਏ ਕਰਨ। ਮਹਾਰਾਜ ਜੀ ਕਹਿੰਦੇ ਸੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੱਕ ਖਰੇ। ਹੁਣ ਜਿਹੜੇ ਬੱਚੇ ਨੇ ਗਾਹਾਂ ਨੂੰ ਉਹਨਾਂ ਨੇ ਲੱਕ ਬੰਨ੍ਹ ਲਿਆ ਵੀ ਹੁਣ ਅਸੀਂ ਖੇਤੀਬਾੜੀ ਕਰਾਂਗੇ, ਹੋਰ ਜ਼ਮੀਨ ਜਾਇਦਾਦ ਬਣਾਵਾਂਗੇ, ਹੋਰ ਪੈਸੇ ਇਕੱਠੇ ਕਰਾਂਗੇ। ਜੇ ਧੰਦੇ ਮੈਂ ਉਹ ਲਪਟਾਏ, ਜਿਹੜੇ ਧੰਦੇ ਧਾੜ ਕਰਦੇ ਉਹ ਬਜ਼ੁਰਗ ਵਿਚਾਰੇ ਚਲੇ ਗਏ। ਉਨ ਤੇ ਦੂਗਣ ਦਿੜੀ ਉਨਮਾਏ, ਬੱਚਿਆਂ ਦੇ ਅੰਦਰ ਉਹਨਾਂ ਤੋਂ ਵੀ ਜ਼ਿਆਦਾ ਖਰਚਾ ਵਧਾ ਲਿਆ। ਹੁਣ ਜਿਹੜੇ ਪਹਿਲੇ ਬਜ਼ੁਰਗ ਸਨ ਉਹ ਬੜਾ ਪੈਸਾ ਸੋਚ ਸਮਝ ਕੇ ਖਰਚ ਕਰਦੇ, ਹੁਣ ਤਾਂ ਕੋਈ ਅੰਤ ਹੀ ਨਹੀਂ ਕਿਹੜੇ ਹਿਸਾਬ ਨਾਲ ਖਰਚਾ ਹੁੰਦਾ। ਪਹਿਲਾਂ ਫਸਲਵਾੜੀ ਵੀ ਘੱਟ ਨਿਕਲਦੀ, ਹੁਣ ਫਸਲ ਵੀ ਜ਼ਿਆਦਾ ਹੁੰਦੀ ਆ, ਖਰਚੇ ਵੀ ਉਨੇ ਵੱਧ ਗਏ।
ਇਸ ਪ੍ਰਕਾਰ ਮਹਾਰਾਜ ਜੀ ਗੁਰਬਾਣੀ 'ਚ ਸਮਝਾਉਂਦੇ ਨੇ, ਉਨ ਤੇ ਦੋਗਣ ਦਿੜੀ ਉਨ ਮਾਏ, ਉਹ ਵੇਲਾ ਕਛ ਚੀਤ ਨ ਆਵੈ, ਬਿਨ ਸਜਾਏ ਤਾਹੂ ਲਪਟਾਵੈ। ਰਹਾਉ ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟਿਓ ਅਸਨੇ, ਸਿਰ ਉਪਰ ਠਾਂਡੋ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਖਾਏ। ਬੁਰਿਆਈ ਨੂੰ ਚੰਗੀ ਲੱਗਦੀ ਹੈ, ਇਸ ਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਨਾਮ ਕੌੜਾ ਲੱਗਦਾ ਹੈ। ਬੁਰੇ ਕਾਮ ਕੋ ਉਠ ਖਲੋਇਆ, ਕੋਈ ਮਾੜਾ ਕੰਮ ਕਰਨਾ ਹੋਏ ਰਾਤਾਂ ਨੂੰ ਨਹੀਂ ਸੌਂਦਾ, ਨੱਠ ਭੱਜ ਕਰੂਗਾ ਪੂਰੀ। ਨਾਮ ਕੀ ਵੇਲਾ ਪੈ ਪੈ ਸੋਇਆ, ਨਾਮ ਜਪਣ ਦਾ ਕਹਿ ਦੋ, ਉਸੇ ਟਾਈਮ 100 ਘੜਾ ਪਾਣੀ ਦਾ ਪੈ ਜਾਊਗਾ, ਉਸੇ ਟਾਈਮ ਵਕਤ ਪੈ ਜਾਊਗਾ। ਗੋਡੇ ਦੁਖਦੇ ਨੇ, ਬੈਠਿਆ ਨਹੀਂ ਜਾਂਦਾ, ਨੀਂਦ ਆ ਰਹੀ ਹੈ, ਸਾਰਾ ਦਿਨ ਮੈਂ ਥੱਕ ਗਿਆ। ਪਰ ਜੇ ਉਂਝ ਕਹਿ ਦੋ, ਭਾਵੇਂ ਸਾਰਾ ਦਿਨ ਥੱਕਿਆ ਹੋਇਆ, ਕੋਈ ਪਾਪ ਕਰਮ ਜਾਣਾ ਹੋਵੇ, ਸਾਰੀ ਰਾਤ ਫਿਰੀ ਜਾਊਗਾ ਕਮਲਾ ਹੋਇਆ। ਜਾਂ ਵਡਿਆਈ ਦਾ ਭੁੱਖਾ ਹੋ ਕੇ ਸਾਰੀ ਦਿਨ ਰਾਤ ਰੈਲੀਆਂ 'ਚ ਫਿਰੀ ਜਾਂਦੇ ਨੇ, ਧੱਕੇ ਖਾਂਦੇ ਫਿਰੀ ਜਾਂਦੇ ਨੇ ਇੱਧਰੋਂ ਉੱਧਰ, ਨਾ ਕੋਈ ਹੱਥ ਗੱਲ ਆਉਂਦੀ ਹੈ। ਪਰ ਜੇ ਪਰਮਾਤਮਾ ਦਾ ਨਾਂ ਲੈਣ ਪੈ ਜੇ, ਜੇ ਕਹੀਏ ਵੀ ਚੱਲ ਸਤਸੰਗ ਵਿੱਚ ਚੱਲੀਏ, ਕੋਈ ਗੁਰੂ ਦੀ ਗੱਲ ਸੁਣ ਕੇ ਆਈਏ, ਨਾ ਮੈਂ ਥੱਕਿਆ ਹੋਇਆ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ, ਜੋ ਸੱਚ ਹੈ ਉਹਨੂੰ ਝੂਠ ਕਰਕੇ ਜਾਣਦਾ ਹੈ, ਔਰ ਜੋ ਝੂਠ ਹੈ ਉਹਨੂੰ ਇਹ ਮਿੱਠਾ ਕਰਕੇ ਜਾਣਦਾ ਹੈ। ਮਿੱਠੀ ਕਰ ਕਰ ਵਿਖਿਆ ਖਾਏ। ਕਿੰਨਾ ਹੰਕਾਰ ਕਰਦਾ, ਜੇ 4 ਪੈਸੇ ਇਹਦੇ ਕੋਲ ਇਕੱਠੇ ਹੋ ਜਾਣ। ਹਉ ਬੰਦੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਇਹ ਕਹਿੰਦਾ ਮੈਂ ਪੈਸੇ ਇਕੱਠੇ ਕੀਤੇ ਨੇ, ਮੇਰੀ ਜ਼ਮੀਨ ਜਦਾਤ ਹੈ, ਮੇਰੀ ਜ਼ਮੀਨ 'ਤੇ ਕੋਈ ਪੈਰ ਰੱਖ ਕੇ ਦਿਖਾਵੇ। ਮਹਾਰਾਜ ਕਹਿੰਦੇ ਨਾਲੇ ਜ਼ਮੀਨ ਕਿਸੇ ਦੀ ਹੋਈ ਨਹੀਂ, ਪਹਿਲਾਂ ਇੱਥੋਂ ਚਲੇ ਗਏ। ਇਹ ਕੀ ਕਹਿੰਦਾ ਹੰਕਾਰ ਦੇ ਵਿੱਚ, ਹਮਰੀ ਭੂਮ ਕੌਣ ਘਾਲੈ ਪੈਰ। ਮਹਾਰਾਜ ਕਹਿੰਦੇ ਹੰਕਾਰ ਵਿੱਚ ਫਿਰੀ ਜਾਂਦਾ। ਜੇ ਮਾੜਾ ਜਿਹਾ ਕੋਈ ਵਿੱਦਿਆ ਪੜ੍ਹ ਜਾਵੇ, ਮਾੜਾ ਜਿਹਾ ਕੋਈ ਗਿਆਨ ਹੋ ਜੇ, ਉਹ ਵੀ ਹੰਕਾਰ ਦੇ ਵਿੱਚ ਫਿਰੀ ਜਾਂਦਾ। ਮਹਾਰਾਜ ਜੀ ਕਹਿੰਦੇ, ਹਉ ਪੰਡਿਤ ਹਉ ਚਤਰ ਸਿਆਣਾ, ਕਰਨੈ ਹਰ ਨ ਬੁਝੈ ਬਿਗਾਨਾ। ਆਪਣੀ ਗਤ ਮਿਤ ਆਪੇ ਜਾਣੈ, ਕਿਆ ਕੋ ਕਹਿ ਕਿਆ ਆਖ ਵਖਾਨੈ। ਮਹਾਰਾਜ ਕਹਿੰਦੇ, ਜਿਤ ਜਿਤ ਲਾਵੈ ਤਿਤ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ। ਸਭ ਕਿਛ ਤੇਰਾ ਤੂੰ ਕਰਨੈ ਹਾਰ, ਅੰਤ ਨਹੀਂ ਕਿਛ ਪਾਰਾਵਾਰ। ਦਾਸ ਆਪਣੇ ਕੋ ਦੀਜੈ ਦਾਨ, ਕਬੂ ਨਾ ਵਿਸਰੈ ਨਾਨਕ ਨਾਮ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਕਹਿੰਦੇ ਗੁਰਬਾਣੀ ਦੇ ਵਿੱਚ ਗਿਆਨ ਬਖਸ਼ਦੇ ਹਨ। ਹੁਣ ਮਹਾਰਾਜ ਜੀ ਨੇ ਸੋਚਿਆ ਵੀ ਇਹ ਤਾਂ ਪਿਤਾ ਜੀ ਹੁਣ ਅੱਗੇ ਤੋਂ ਅੱਗੇ ਵੱਧਦਾ ਜਾਣਾ ਕੰਮ। ਇਹ ਤ੍ਰਿਸ਼ਨਾ ਦੀ ਐਸੀ ਅੱਗ ਹੁੰਦੀ ਹੈ, ਇਹ ਬੁਝਦੀ ਨਹੀਂ। ਹੁਣ ਅੱਗ ਨੂੰ ਤੇਲ ਪਾ ਕੇ ਬੁਝਾਉਣ ਲੱਗ ਜਾਓ, ਬੁਝੇਗੀ ਨਹੀਂ ਬੁਝੇਗੀ, ਉਹ ਤਾਂ ਸਮਾਂ ਤੇ ਜ਼ਿਆਦਾ ਹੀ ਮਚੂਗੀ ਲੱਟ ਲੱਟ। ਹੁਣ ਜਿੰਨੀ ਤਿੱਬਰ ਇੱਛਾ ਪਦਾਰਥਾਂ ਦੀ ਕਰੋਗੇ, ਇੱਛਾ ਵਾਸ਼ਨਾਵਾਂ ਕਰੋਗੇ, ਇੱਕ ਇੱਛਾ ਪੂਰੀ ਕਰੋਗੇ 10 ਇੱਛਾਵਾਂ ਹੋਰ ਪੈਦਾ ਹੋ ਜਾਂਦੀਆਂ ਨੇ, ਫਿਰ ਉਹਨਾਂ ਨੂੰ ਦੌੜ ਭੱਜ ਹੋ ਜਾਂਦੀ ਹੈ। ਹੁਣ ਵਿਚਾਰਾ ਸਾਈਕਲ ਵਾਲਾ ਮੋਟਰਸਾਈਕਲ ਵਾਲੇ ਕੰਨੀ ਦੇਖੀ ਜਾਂਦਾ ਹੈ, ਮੋਟਰਸਾਈਕਲ ਵਾਲਾ ਗੱਡੀ ਵਾਲੇ ਕੰਨੀ ਦੇਖੀ ਜਾਂਦਾ ਹੈ, ਮਰੂਤੀ ਵਾਲਾ ਆਲਟੋ ਕੰਨੀ, ਆਲਟੋ ਵਾਲਾ ਸਵਿਫਟ ਕੰਨੀ, ਸਵਿਫਟ ਤੋਂ ਉੱਚੋਂ ਬੜੀ ਉਹ ਤੋਂ ਬੜੀ ਨੂੰ ਦੇਖੀ ਜਾਂਦਾ ਹੈ, ਬਾਲਿਆਂ ਦੀ ਵਾਲਾ ਲੈਂਟਰ ਕੰਨੀ ਦੇਖੀ ਜਾਂਦਾ, ਲੈਂਟਰ ਵਾਲਾ ਬੜੀ ਕੋਠੀ ਵਾਲੇ ਕੰਨੀ ਦੇਖੀ ਜਾਂਦਾ। ਇੱਕ ਦੂਏ ਦੀ ਦੇਖ ਦੇਖ ਕੇ ਤ੍ਰਿਸ਼ਨਾ ਵਧਾਈ ਫਿਰਦੇ ਨੇ, ਨੱਠੋ ਭੱਜ ਦਿਨ ਰਾਤ ਖੱਪਦੇ ਨੇ। ਇੱਕ ਦੂਏ ਨੂੰ ਦੇਖ ਕੇ ਉੱਪਰ ਨੂੰ ਮੂੰਹ ਕਰਦੇ ਨੇ, ਥੱਲੇ ਨੂੰ ਨਹੀਂ ਕਰਦੇ ਵੀ ਮੇਰੇ ਤੋਂ ਵੀ ਥੱਲੇ ਕੋਈ ਰਹਿ ਰਿਹਾ, ਉਹਦਾ ਵੀ ਜੀਵਨ ਹੈ, ਉਹਦਾ ਵੀ ਨਿਰਵਾਹ ਹੋ ਰਿਹਾ, ਉਹ ਵੀ ਨਿਰਵਾਹ ਕਰ ਰਿਹਾ ਹੈ। ਕਿਸੇ ਨੂੰ 60 ਸਾਲ, ਕਿਸੇ ਨੂੰ 70 ਸਾਲ ਦੀ ਮੋਹਲਤ ਮਿਲੀ ਹੈ। ਔਰ ਮਹਾਰਾਜ ਜੀ ਉਪਦੇਸ਼ ਕਰਦੇ ਨੇ ਵੀ ਭਾਈ ਇੱਥੇ ਆਪਾਂ ਰਾਖੇ ਹਾਂ, ਖੇਤਾਂ ਦੇ ਉੱਪਰ ਰਾਖੇ ਹਾਂ, ਤਿਸਕਾ ਰਖਵਾਰਾ ਔਰ ਹੀ ਹੋਵੇ। ਰਾਖਾ ਉੱਠ ਜਾਂਦਾ ਹੈ, ਉਹ ਜ਼ਮੀਨ ਹੋਰ ਸਾਂਭ ਲੈਂਦਾ, ਫਿਰ ਉਹ ਬਾਣ ਲੱਗ ਜਾਂਦਾ, ਫਿਰ ਉਹ ਚਲਾ ਜਾਂਦਾ, ਹੋਰ ਆ ਜਾਂਦਾ। ਕਿੰਨੀ ਦੁਨੀਆ ਹੋ ਕੇ ਚਲੀ ਗਈ ਇੱਥੋਂ। ਸੋ ਇਸ ਪ੍ਰਕਾਰ ਮਹਾਰਾਜ ਜੀ ਨੇ ਮਨ ਵਿੱਚ ਇਹ ਗੱਲ ਵਿਚਾਰੀ, ਸ੍ਰੀ ਗੁਰੂ ਨਾਨਕ ਹਿਰਦੈ ਵਿਚਾਰੀ, ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਕਿ ਪਿਤਾ ਜੀ ਦੇ ਮਨ ਵਿੱਚ ਤਾਂ ਹੁਣ ਦਿਨ ਪ੍ਰਤੀ ਦਿਨ
ਹੋਰ ਤੋਂ ਹੋਰ ਧਨ ਦੀ ਤ੍ਰਿਸ਼ਨਾ ਜਾਗੇਗੀ। ਇਹ ਕੰਮ ਤਾਂ ਰੁਕਣ ਵਾਲਾ ਨਹੀਂ ਹੈ। ਜਿਸ ਕੰਮ ਵਾਸਤੇ ਅਸੀਂ ਦੁਨੀਆ 'ਤੇ ਅਵਤਾਰ ਧਾਰਨ ਕੀਤਾ ਹੈ, ਭੁੱਲੇ ਭਟਕੇ ਜੀਵਾਂ ਨੂੰ ਉਪਦੇਸ਼ ਕਰਨਾ ਹੈ, ਪਖੰਡ ਕਰਨ ਤੋਂ ਰੋਕਣਾ ਹੈ, ਸੱਚੇ ਨਾਮ ਦੇ ਨਾਲ ਜੋੜਨਾ ਹੈ, ਪਰਮੇਸ਼ਰ ਦੇ ਨਾਲ ਜੋੜਨਾ ਹੈ, ਬੁਰਾਈ ਖਤਮ ਕਰਨੀ ਹੈ, ਸਮਾਜ ਵਿੱਚੋਂ ਵਿਚਰ ਕੇ ਉਪਦੇਸ਼ ਕਰਨਾ। ਉਹ ਕਦੋਂ ਕਰਾਂਗੇ ਜੇ ਅਸੀਂ ਇੱਥੇ ਹੀ ਬਹਿ ਗਏ। ਸੋ ਇਸ ਪ੍ਰਕਾਰ ਮਹਾਰਾਜ ਜੀ ਆਪਣੇ ਮਨ ਵਿੱਚ ਸੋਚਦੇ ਹਨ ਕਿ ਇਹਦਾ ਇਸ ਗੱਲ ਦਾ ਤਾਂ ਨਿਬੇੜਾ ਅੱਜੇ ਹੁੰਦਾ ਹੈ। ਮਹਾਰਾਜ ਕਹਿੰਦੇ ਇਹ ਗੱਲ ਦਾ ਤਾਂ ਨਿਬੇੜਾ ਅੱਜੇ ਇਹ ਗੱਲ ਨਿਬੜਦੀ ਹੈ ਕਿ ਹੁਣ ਜਿਹੜਾ ਧਨ ਖੱਟਣ ਦਾ ਇਹ ਰੌਲਾ ਇਹ ਤਾਂ ਹੁਣ ਹੀ ਨਿਬੜ ਜਾਵੇਗਾ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ। ਖੇਤ ਰਖਵਾਰੀ ਤਾਂ ਹੁਣ ਮਹਾਰਾਜ ਜੀ ਨੇ ਸੋਚਿਆ ਵੀ ਇਹਦਾ ਹੁਣ ਨਿਬੇੜਾ ਕਰਨਾ ਚਾਹੀਦਾ ਇਸ ਗੱਲ ਦਾ। ਧਨ ਖੱਟਣੇ ਕੋ ਮਿਟਵੈ ਝੇਰੋ, ਇਹ ਝਗੜਾ ਹੀ ਨਿਬੇੜ ਦਿੰਦੇ ਆ। ਮਹਾਰਾਜ ਕਹਿੰਦੇ ਵੀ ਜੇ ਹੁਣ ਦਾਣੇ ਹੋਏ ਤਾਂ ਫਿਰ ਪਿਤਾ ਜੀ ਕਹਿਣਗੇ ਇਹਨਾਂ ਦਾਣਿਆਂ ਨੂੰ ਬੀਜੋ। ਹੁਣ ਬਾਈ ਚਾਂਸ ਕਿੱਲੇ ਵਿੱਚੋਂ ਕਣਕ ਹੋਈ ਹੈ, ਉਹਨੂੰ ਕਹਿਣਗੇ ਵੀ 10 ਕਿੱਲੇ ਹੋਰ ਬੀਜੋ। 10 ਕਿੱਲੇ ਹੋਣਗੇ। ਹੁਣ ਪਿਤਾ ਜੀ ਤਾਂ ਕਹਿੰਦੇ ਸਾਰੇ ਪਿੰਡ ਦੀ ਜ਼ਮੀਨ ਲੈ ਕੇ ਦੇਵਾਂਗੇ। ਹੁਣ ਫਿਰ 10 ਤੋਂ 20, 20 ਤੋਂ 30, ਤੇ ਇਹ ਤਾਂ ਫਿਰ ਸਾਰਾ ਦਿਨ ਹੀ ਅਸੀਂ ਖਪੀ ਜਾਵਾਂਗੇ। ਪਰਮੇਸ਼ਰ ਦੀ ਉਸਤਤ ਕਦੋਂ ਕਰਾਂਗੇ, ਪਰਮੇਸ਼ਰ ਦਾ ਨਾਮ ਕਦੋਂ ਜਪਾਂਗੇ, ਸੰਗਤਾਂ ਨੂੰ ਉਪਦੇਸ਼ ਕਦੋਂ ਕਰਾਂਗੇ, ਭੁੱਲੇ ਭਟਕੇ ਜੀਵਾਂ ਨੂੰ ਕਦੋਂ ਸਿੱਧੇ ਰਾਹ 'ਤੇ ਪਾਵਾਂਗੇ। ਇਹ ਗੱਲ ਵਿਚਾਰਦਿਆਂ ਹੋਏ ਮਹਾਰਾਜ ਜੀ ਨੇ ਕਿਹਾ ਝਗੜਾ ਹੀ ਨਿਬੇੜੀਏ। ਝਗੜਾ ਹੁਣ ਕੀ ਨਿਬੇੜ ਲੱਗੇ ਨੇ ਮਹਾਰਾਜ ਜੀ? ਵੈਸੇ ਬਹਰ ਖੇਤ ਰਖਵਾਰੀ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਸਲ ਹੁਣ ਸੋਹਣੀ ਉਗਾਈ ਹੈ, ਹਰੀ ਭਰੀ ਹੋ ਗਈ। ਹੁਣ ਖੇਤ ਦੀ ਰਾਖੀ ਜਦੋਂ ਬੈਠੇ ਹਨ, ਪਰ ਜੈ ਕਿਸਨਾ ਚਰਹਿ ਬਸ ਚਾਰੀ। ਹੁਣ ਮਹਾਰਾਜ ਜੀ ਅੱਖਾਂ ਬੰਦ ਕਰਕੇ ਬੈਠ ਗਏ। ਕਦੇ ਪੈ ਜਾਂਦੇ ਨੇ, ਕਦੇ ਬਹਿ ਜਾਂਦੇ ਨੇ। ਡੰਗਰ ਪਸ਼ੂ ਹੁਣ ਖੇਤ ਵਿੱਚ ਬੜੀ ਜਾਂਦੇ ਨੇ, ਕਿਸੇ ਨੂੰ ਨਹੀਂ ਰੋਕਦੇ। ਅਵਾਰਾ ਪਸ਼ੂ ਹੁਣ ਫਸਲ ਵਿੱਚ ਚਰੀ ਜਾਂਦੇ ਨੇ ਸਾਰੇ। ਇਸ ਤਰ੍ਹਾਂ ਕਰਕੇ ਥੋੜ੍ਹੀ ਥੋੜ੍ਹੀ ਕਰਕੇ ਸਾਰੀ ਫਸਲ ਪਸ਼ੂਆਂ ਨੇ ਜਾੜ ਦਿੱਤੀ। ਗੋਮ੍ਰਿਗ ਬ੍ਰਿੰਦਾ। ਇਸ ਪ੍ਰਕਾਰ ਖੋਤੇ, ਘੋੜੇ, ਗਊਆਂ, ਹਿਰਨ, ਪਸ਼ੂ ਖੇਤ ਵਿੱਚ ਆਉਂਦੇ ਅੜ ਚਰ ਕੇ ਫਸਲ ਨੂੰ ਚਲੇ ਜਾਂਦੇ। ਖੇਤ ਰਹਿ ਬੈਸ ਆਨੰਦਾ। ਮਹਾਰਾਜ ਜੀ ਆਪ ਅੱਖਾਂ ਬੰਦ ਕਰਕੇ ਆਰਾਮ ਦੇ ਨਾਲ ਆਨੰਦ ਦੀ ਅਵਸਥਾ ਵਿੱਚ ਬੈਠੇ ਰਹਿੰਦੇ ਹਨ। ਚੌਪਈ ਦਿਨ ਦੋਇਕ ਮਹਿਦੀਨ ਨਬੇਰੀ। ਜਿੰਨੀ ਫਸਲ ਸੀ, ਥੋੜੀ ਜੀ ਤਾਂ ਪਹਿਲਾਂ ਫਸਲ ਸੀ, 2 ਕੁ ਦਿਨਾਂ ਦੇ ਵਿੱਚ ਸਾਰੀ ਫਸਲ ਨਿਬੜ ਗਈ। ਹੁਣ ਪਸ਼ੂ ਸਾਰੀ ਫਸਲ ਨੂੰ ਚਰ ਗਏ, ਸਾਰੀ ਨੂੰ। ਘੋੜੇ ਖੋਤੇ ਆਂਦੇ ਤੇ ਫਸਲ ਚਰ ਜਾਂਦੇ। ਹੁਣ ਜਦੋਂ ਰੋਕਣੀ ਹੀ ਨਹੀਂ ਤਾਂ ਉਸ ਵੇਲੇ ਜਦੋਂ ਸਾਰੀ 2 ਦਿਨ ਦੇ ਵਿੱਚ ਫਸਲ ਨਿਬੜ ਗਈ, ਇੱਕ ਨਾ ਬੂਟ ਜਹ ਸਗਨ ਕਨੇਰੀ। ਇੱਕ ਵੀ ਖੇਤ ਵਿੱਚ ਬੂਟਾ ਜਦੋਂ ਹਰਾ ਨਾ ਰਿਹਾ ਫਸਲ ਦਾ। ਕਾਲੂ ਗਇਓ ਬਿਲੋਕਨ ਖੇਤੂ। ਹੁਣ ਜਿਵੇਂ ਘਰ ਦਾ ਲਾਣੇਦਾਰ ਖੇਤਾਂ ਵਿੱਚ ਗੇੜਾ ਮਾਰਨ ਜਾਂਦਾ, ਬਜ਼ੁਰਗ 1-2 ਦਿਨ ਬਾਅਦ ਖੇਤਾਂ ਦਾ ਗੇੜਾ ਮਾਰਨ ਜਾਂਦੇ। ਹੁਣ ਮਹਿਤਾ ਕਾਲੂ ਜੀ ਤਾਂ ਪਟਵਾਰੀ ਦਾ ਕੰਮ ਸੀ ਨਾ, ਰਾਏ ਬੁਲਾਰ ਦੇ ਰਾਜੇ ਦੇ ਪਟਵਾਰੀ ਸਨ। ਉਹਨਾਂ ਨੂੰ ਤਾਂ ਉਂਝ ਹੀ ਨਹੀਂ ਬਾਹਰਲਾ ਕੰਮ ਨਿਬੜਦਾ ਸੀ। 2 ਦਿਨ ਬਾਅਦ ਖੇਤ ਦੇ ਵਿੱਚ ਮਹਾਰਾਜ ਜੀ ਦੇ ਗੇੜਾ ਮਾਰਨ ਗਏ ਵੀ ਦੇਖ ਕੇ ਆਉਂਦੇ ਆ ਸਾਡੇ ਪੁੱਤਰ ਵੱਲੋਂ ਉਗਾਈ ਗਈ ਫਸਲ ਕਿੰਨੀ ਵੱਡੀ ਹੋ ਗਈ ਹੈ। ਰਾਖੀ ਰੱਖਦੇ ਨੇ ਕਿ ਨਹੀਂ ਰੱਖਦੇ, ਪਾਣੀ ਦੇਣ ਵਾਲਾ ਫਸਲ ਨੂੰ ਕਿ ਨਹੀਂ ਦੇਣ ਵਾਲਾ। ਇਹ ਚੀਜ਼ ਦੇਖਣ ਵਾਸਤੇ ਜਦੋਂ ਗਏ ਖੇਤ ਵਿੱਚ, ਬੈਠੇ ਬੇਦੀ ਕੁਲ ਕੇਤੂ। ਤਾਂ ਜਾ ਕੇ ਕੀ ਦੇਖਦੇ ਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅੱਖਾਂ ਬੰਦ ਕਰਕੇ, ਚੌਂਕੜਾ ਲਾ ਕੇ, ਨੇਤਰ ਬੰਦ ਕਰਕੇ ਇੱਕ ਖੂਹ ਦੇ ਉੱਪਰ ਮਹਾਰਾਜ ਜੀ ਦੇ ਦਰਖਤ ਸੀ, ਉਹਦੇ ਥੱਲੇ ਆਰਾਮ ਨਾਲ ਬੈਠੇ ਹਨ। ਪਸ਼ੂ ਬ੍ਰਿੰਦਾ। ਔਰ ਫਸਲ ਵਿੱਚ ਦੇਖਦੇ ਨੇ ਵੀ ਪਸ਼ੂ ਫਿਰ ਰਹੇ ਨੇ, ਡੰਗਰ ਪਸ਼ੂ ਵੜ ਰਹੇ ਨੇ, ਸਾਰੀ ਫਸਲ ਉਜਾੜ ਦਿੱਤੀ ਹੈ ਕਿ ਇੱਕ ਵੀ ਪਸ਼ੂ ਨਹੀਂ ਮੋੜਿਆ ਇਹਨਾਂ ਨੇ। ਔਰ ਖੇਤ ਵਿੱਚ ਇੱਕ ਵੀ ਬੂਟਾ ਨਹੀਂ ਬਚਿਆ। ਜਦੋਂ ਇਸ ਤਰ੍ਹਾਂ ਪਿਤਾ ਜੀ ਨੇ ਖੇਤ ਨੂੰ ਉਜੜੇ ਹੋਏ ਦੇਖਿਆ, ਦੇਖ ਕ੍ਰੋਧ ਭਾ ਕਾਲੂ। ਬਸ ਮਹਿਤਾ ਕਾਲੂ ਜੀ ਕ੍ਰੋਧ ਵਿੱਚ ਭਰ ਗਏ, ਗੁੱਸੇ ਦੇ ਵਿੱਚ। ਔਰ ਗੁੱਸੇ ਵਿੱਚ ਆ ਕੇ ਮੁਖ ਬੋਲਤ ਦੁਰਬਚਨ ਬਿਸਾਲੂ। ਬਸ ਮਹਾਰਾਜ ਜੀ ਨੂੰ ਬਹੁਤ ਉੱਚੇ ਨੀਵੇਂ ਬਚਨ ਲੱਗੇ ਪਿਤਾ ਜੀ ਬੋਲਣ। ਮਹਿਤਾ ਕਾਲੂ ਜੀ ਕ੍ਰੋਧ ਵਿੱਚ ਭਰ ਕੇ ਨਾ ਬਹੁਤ ਉੱਚੇ ਨੀਵੇਂ ਬਚਨ ਬੋਲਣ ਲੱਗ ਪਏ, ਗੁੱਸਾ ਕੱਢਣ ਲੱਗ ਪਏ ਮਹਾਰਾਜ ਜੀ ਤੇ। ਮੰਦ ਭਾਗ ਮੈਂ ਆਪਨ ਨਿਹਾਰਾ। ਹਾਂ, ਜਨਮ ਸਾਖੀ ਦੇ ਵਿੱਚ ਆਉਂਦਾ ਹੈ ਵੀ ਮਹਾਰਾਜ ਜੀ ਦੇ
ਪਿਤਾ ਜੀ ਮਾਰ ਵੀ ਦਿੰਦੇ ਸਨ। ਹੁਣ ਇਹ ਰਾਏ ਬੁਲਾਰ ਦੀ ਕਚਹਿਰੀ 'ਚ ਜਾਏਗੀ ਗੱਲ, ਅੱਗੇ ਦੇਖਿਓ। ਤਾਂ ਹੁਣ ਬਹੁਤ ਗੁੱਸੇ ਵਿੱਚ ਆਏ। ਜਿਵੇਂ 20 ਰੁਪਏ ਦਾ ਮਹਾਰਾਜ ਜੀ ਨੇ ਲੰਗਰ ਲਾਤਾ ਸੀ, ਉਦੋਂ ਵੀ ਮਹਾਰਾਜ ਜੀ ਦੇ ਚਪੇੜਾਂ ਮਾਰੀਆਂ ਸਨ ਪਿਤਾ ਜੀ ਨੇ। ਹੁਣ ਵੀ ਗੁੱਸੇ ਦੇ ਵਿੱਚ ਆ ਕੇ ਮਹਾਰਾਜ ਜੀ ਨੂੰ ਬਹੁਤ ਗੱਲਾਂ ਬੋਲਦੇ ਹਨ। ਮਹਿਤਾ ਕਾਲੂ ਜੀ ਕੀ ਕਹਿੰਦੇ ਨੇ ਵੀ ਜਿਸ ਦਿਨ ਦੇ ਤੁਸੀਂ ਸਾਡੇ ਘਰ ਜੰਮੇ ਹੋ ਨਾ, ਬਸ ਘਰ ਦਾ ਨੁਕਸਾਨ ਹੀ ਨੁਕਸਾਨ ਹੋ ਰਿਹਾ। ਨਹੀਂ ਤਾਂ ਪਹਿਲਾਂ ਮਹਿਤਾ ਕਾਲੂ ਜੀ ਨੇ ਕੀ ਸੋਚਿਆ ਸੀ, ਜਦੋਂ ਫਸਲ ਹਰੀ ਭਰੀ ਹੋਈ ਵੀ ਬਹੁਤ ਸੋਹਣੀ ਮੇਰੇ ਪੁੱਤਰ ਨੇ ਫਸਲ ਉਗਾਈ ਹੈ, ਵੀ ਹੁਣ ਇਹ ਫਸਲ ਜਦੋਂ ਘਰੇ ਅਨਾਜ ਆਵੇਗਾ ਮੈਂ ਪੂਰੇ ਪਿੰਡ ਦੀ ਜ਼ਮੀਨ ਮੇਰੇ ਪੁੱਤਰ ਨੂੰ ਲੈ ਕੇ ਦੇਵਾਂਗਾ ਔਰ ਮੇਰਾ ਪੁੱਤ ਵੱਡਾ ਕਿਸਾਨ ਬਣੇਗਾ, ਇਹ ਸੋਚਿਆ ਸੀ ਨਾ। ਹੁਣ ਜਦੋਂ ਮਹਿਤਾ ਕਾਲੂ ਜੀ ਦੁਬਾਰਾ ਆਏ 2 ਦਿਨ ਬਾਅਦ, ਦੇਖਿਆ ਵੀ ਫਸਲ ਸਾਰੀ ਉਜੜ ਗਈ। ਹੁਣ ਮਹਿਤਾ ਕਾਲੂ ਜੀ ਗੁੱਸੇ ਦੇ ਵਿੱਚ ਆ ਕੇ ਗਾਲਾਂ ਲੱਗ ਪਏ ਕੱਢਣ। ਕਹਿੰਦੇ ਜਿਸ ਦਿਨ ਦੇ ਤੁਸੀਂ ਸਾਡੇ ਘਰ ਜੰਮੇ ਹੋ, ਉਸੇ ਦਿਨ ਦਾ ਸਾਡੇ ਘਰ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ। ਤੂੰ ਸੁਤ ਜਨਮਿਓ ਸਦਨ ਉਜਾਰਾ, ਤੂੰ ਮੇਰੇ ਘਰ ਦੇ ਵਿੱਚ ਮੇਰੇ ਘਰ ਨੂੰ ਜਾੜਨ ਵਾਸਤੇ ਹੀ ਜੰਮਿਆ। ਇਸ ਤਰ੍ਹਾਂ ਦੇ ਅਪਸ਼ਬਦ ਹੁਣ ਮਹਿਤਾ ਕਾਲੂ ਜੀ ਬੋਲਣ ਲੱਗ ਪਏ। ਆਰ ਬਲਾ ਲਗ ਮਹਿਤਵ ਚਾਲੀ, ਤਾਂ ਕਹਿਣ ਲੱਗੇ ਕਿ ਛੋਟੀ ਦੀ ਉਮਰ ਤੋਂ ਹੀ ਤੇਰੀ ਇਹੀ ਚਾਲੀ ਰਹੀ ਹੈ ਕਿ ਤੂੰ ਘਰ ਦਾ ਹੀ ਨੁਕਸਾਨ ਕਰਦਾ ਆਇਆ। ਛੋਟੀ ਉਮਰ ਦੇ ਵਿੱਚ ਤੈਨੂੰ ਚੂਰੀ ਪਾ ਕੇ ਭਾਂਡੇ ਵਿੱਚ ਦਿੰਦੇ ਤੇ ਤੂੰ ਚੂਰੀ ਵਾਲਾ ਭਾਂਡਾ ਜਿਹੜਾ ਸੀ ਉਹ ਬਾਹਰ ਹੀ ਸਿੱਟ ਆਉਂਦਾ। ਪਿੱਛੇ ਆਇਆ ਸੀ ਨਾ ਕਿ ਕਿਸੇ ਨੂੰ ਕੋਹੜੀ ਨੂੰ ਜਾਂ ਕਿਸੇ ਨੂੰ ਮਹਾਰਾਜ ਜੀ ਜਾਂ ਗਰੀਬ ਨੂੰ ਭਾਂਡਾ ਸਿੱਟ ਆਉਂਦੇ। ਕੰਗਣ ਪਾਏ ਕੰਗਣ ਸਿੱਟ ਆਏ, ਹੋਰ ਲੋੜੀਂਦੀ ਵਸਤੂਆਂ ਉਹ ਬਾਹਰ ਜਾ ਕੇ ਦੇ ਆਉਂਦੇ, ਵੰਡ ਆਉਂਦੇ। ਮਾਤਾ ਇੱਧਰ ਉੱਧਰ ਹੁੰਦੀ ਤੇ ਉਹ ਸਾਰੀਆਂ ਚੀਜ਼ਾਂ ਜਾ ਕੇ ਗਰੀਬਾਂ ਨੂੰ ਵੰਡ ਆਉਂਦੇ। ਕਹਿਣ ਲੱਗੇ ਤੁਸੀਂ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਹੀ ਘਰ ਦਾ ਜਾੜਾ ਕਰਦੇ ਆ ਰਹੇ ਹੋ। ਵਸਤ ਖੋਏ ਕੀ ਆਲਿਆ ਖਾਲੀ, ਕਹਿਣ ਲੱਗੇ ਵਸਤੂਆਂ ਗਵਾ ਕੇ ਤੁਸੀਂ ਖਾਲੀ ਹੱਥ ਘਰੇ ਆਉਂਦੇ ਸੀ। ਉਚਿਤ ਕਮਾਵਨ ਅਬ ਪੀ ਬੈਸਾ, ਤੇ ਕਹਿਣ ਲੱਗੇ ਹੁਣ ਤੇਰੀ ਉਮਰ ਕਮਾਣ ਦੀ ਹੋ ਗਈ ਹੈ, ਤੂੰ ਵੱਡਾ ਜਵਾਨ ਹੋ ਗਿਆ ਹੈ, ਕਰਨ ਕੁ ਕਾਜ ਲਗੇ ਪੁਨੇ ਐਸਾ। ਪਰ ਤੂੰ ਤਾਂ ਜਮਾ ਹੀ ਘਰ ਦਾ ਨੁਕਸਾਨ ਕਰਨ ਤੇ ਲੱਗ ਗਿਆ। ਐਸੇ ਭੈੜੇ ਕੰਮਾਂ ਵਿੱਚ ਲੱਗ ਗਿਆ ਕਿ ਘਰ ਦਾ ਨੁਕਸਾਨ ਹੀ ਕਰ ਰਿਹਾ। ਅੱਖਾਂ ਬੰਦ ਕਰਕੇ ਬੈਠਾ ਰਹਿੰਦਾ, ਸਾਦਾ ਵਾਂਗੂ ਬਿਰਤੀ ਮਸਤ ਕਰ ਲਈ ਹੈ। ਕੋਈ ਘਰ ਦੀ ਤੈਨੂੰ ਖਬਰ ਨਹੀਂ ਹੈ, ਕੋਈ ਘਾਟੇ ਵਾਧੇ ਦੀ ਤੈਨੂੰ ਖਬਰ ਨਹੀਂ ਹੈ। ਦੇਖ ਤੇਰੇ ਨਾਲ ਦੇ ਸਾਰੇ ਕਿਵੇਂ ਆਪਣੇ ਮਾਂ ਪਿਓ ਦੇ ਨਾਲ ਖੇਤਾਂ ਵਿੱਚ ਹੱਥ ਵਟਾਉਂਦੇ ਨੇ, ਧਨ ਖੱਟ ਖੱਟ ਕੇ ਘਰ ਨੂੰ ਲਿਆਉਂਦੇ ਨੇ, ਪਰਿਵਾਰ ਸਾਰਾ ਖੁਸ਼ੀ ਹੈ। ਇੱਕੋ ਇੱਕ ਮੈਂ ਹਾਂ, ਮੇਰੀ ਉਮਰ ਜੋ ਬੁਢਾਪੇ ਵਿੱਚ ਮੈਂ ਜਾਂਦਾ ਜਾ ਰਿਹਾ ਹਾਂ, ਕਿੰਨਾ ਚਿਰ ਮੈਂ ਘਰ ਚਲਾਈ ਜਾਵਾਂਗਾ। ਇਸ ਤਰ੍ਹਾਂ ਆਮ ਬਜ਼ੁਰਗ ਕਹਿੰਦੇ ਨੇ ਇਹ ਗੱਲਾਂ ਤਾਂ, ਵੀ ਜੇ ਨਾ ਮੈਂ ਹੋਵਾਂ ਨਾ ਤੁਸੀਂ ਭੁੱਖੇ ਮਰ ਜਾਓ। ਕਿੰਨੇ ਬਜ਼ੁਰਗ ਹੋ ਕੇ ਚਲੇ ਗਏ, ਮਰਿਆ ਕੋਈ ਭੁੱਖਾ? ਭੁੱਖਾ ਨਹੀਂ ਕੋਈ ਮਰਦਾ। ਇਹ ਤਾਂ ਮੱਥੇ ਦੇ ਉੱਪਰ ਪਰਮੇਸ਼ਰ ਨੇ ਸਭ ਦੇ ਲਿਖ ਕੇ ਭੇਜੀ ਹੈ, ਸਭ ਨੇ। ਜਦੋਂ ਮਹਿਤਾ ਕਾਲੂ ਜੀ ਇਸ ਤਰ੍ਹਾਂ ਬਚਨ ਲੱਗੇ, ਕਹਿਣ ਲੱਗੇ ਇਸ ਤਰ੍ਹਾਂ ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਰਹੋਗੇ। ਕੀ ਖਾਣਗੇ ਬੱਚੇ ਤੁਹਾਡੇ, ਕੀ ਖਾਣਗੇ? ਮਹਾਰਾਜ ਜੀ ਉਸ ਵੇਲੇ ਇਸ ਤਰ੍ਹਾਂ ਸ਼ਬਦ ਉਚਾਰਨ ਕਰਦੇ ਹਨ। ਮਹੱਲਾ ਪਹਿਲਾ, ਜਿਨ ਸਥਾਪ ਜੀਆਂ ਕੋ ਭੇਜਿਆ। ਹੈ ਪਿਤਾ ਜੀ, ਉਹ ਸਾਰੇ ਜੀਵਾਂ ਦੇ ਮੱਥੇ ਤੇ ਲਿਖ ਕੇ ਭੇਜਦਾ ਰਿਜ਼ਕ। ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪੈ, ਆਪੇ ਏਤੇ ਵੇਸ ਕਰਾਵੇ, ਜੇਤੇ ਜੀ ਫਿਰੈ ਔ ਧੁੱਤੀ, ਆਪੇ ਭਿਖਿਆ ਪਾਵੈ, ਲੇਖੈ ਬੋਲਣ ਲੇਖੈ ਚੱਲਣ, ਕਾਇਤ ਕੀਚਹਿ ਦਾਵੇ, ਮੂਲ ਮਤ ਪਰਵਾਣਾ ਇਹੋ, ਨਾਨਕ ਆਖ ਸੁਣਾਏ। ਕਰਨੀ ਉਪਰ ਹੋਏ ਤਪਾਵਸ, ਜੇ ਕੋ ਕਹਿ ਕਹਾਏ। ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ। ਪਿਤਾ ਜੀ ਨੇ ਕਿੱਥੇ ਸੁਣਨੀ ਸੀ, ਪਿਤਾ ਜੀ ਤਾਂ ਹੋਰ ਕ੍ਰੋਧ ਦੇ ਵਿੱਚ ਭਰ ਗਏ। ਸੋ ਇਸ ਪ੍ਰਕਾਰ ਮੁਝ ਪਛਾਤ ਖਾਹੇ ਕ੍ਰਿਤ ਕਰ ਕੋ, ਦੁਆਰੇ ਪੜੋ। ਹਾਂਜੀ, ਮੁਝ ਪਛਾਤ ਖਾਹੇ ਕ੍ਰਿਤ ਕਰ ਕੋ। ਤਾਂ ਕਹਿਣ ਲੱਗੇ ਹੁਣ ਮੈਨੂੰ ਇਸ ਗੱਲ ਦਾ ਫਿਕਰ ਪਿਆ ਕਿ ਤੂੰ ਮੇਰੇ ਪਿੱਛੇ ਖਾਵੇਂਗਾ ਕੀ, ਤੇਰਾ ਕਿਵੇਂ ਘਰ ਚੱਲੇਗਾ। ਰਲੇ ਫਕੀਰਨ ਸੋ ਤਜ ਕਰ ਕੋ, ਇਹ ਹੋ ਸਕਦਾ ਵੀ ਤੂੰ ਘਰ ਛੱਡ ਕੇ ਫਕੀਰਾਂ ਨਾਲ ਹੀ ਰਲੇਂਗਾ। ਮਹਾਰਾਜ ਜੀ ਨੂੰ ਕਹਿੰਦੇ ਕਰਕੇ ਤਾਂ ਨਹੀਂ ਤੁਸੀਂ ਕੁਛ ਖਾਂਦੇ, ਇਹ ਹੋਵੇਗਾ ਵੀ ਫਕੀਰਾਂ ਸਾਧਾਂ ਨਾਲ ਹੀ ਰਲੋਗੇ ਤੁਸੀਂ ਜਾ ਕੇ। ਇਸ ਤਰ੍ਹਾਂ ਪਿਤਾ ਜੀ ਲੱਗ ਪਏ ਬੋਲਣ। ਹੇਰ ਹੇਰ ਕਹਿ ਵਾਕ ਕਠੋਰਾ, ਤਾਂ ਇਸ ਪ੍ਰਕਾਰ ਬਾਰ-ਬਾਰ
ਸੁਣਦੇ ਹੋ ਸਾਡੀ ਗੱਲ? ਇਸ ਤਰ੍ਹਾਂ ਕਹਿ ਕਹਿ ਕੇ ਹੇਰ ਹੇਰ ਕਹਿ ਬਾਕ ਕਠੋਰਾ, ਤੇ ਵਾਰ-ਵਾਰ ਮਹਿਤਾ ਕਾਲੂ ਜੀ ਭੈੜੇ ਭੈੜੇ ਲਫ਼ਜ਼ ਬੋਲ ਰਹੇ ਹਨ, ਕਰੜੇ ਸ਼ਬਦ ਬੋਲ ਰਹੇ ਹਨ, ਕਠੋਰ ਸ਼ਬਦ ਗੁੱਸੇ ਵਿੱਚ ਆ ਕੇ ਬੋਲ ਰਹੇ ਹਨ। ਲੱਖ ਕੁ ਚਾਲ ਕੋ ਰੋਸ ਨ ਥੋਰਾ, ਤੇ ਕਹਿਣ ਲੱਗੇ ਇਸ ਪ੍ਰਕਾਰ ਕਿ ਤੇਰੇ ਮਨ ਵਿੱਚ ਥੋੜਾ ਜਿਹਾ ਵੀ ਪਛਤਾਵਾ ਨਹੀਂ ਹੈ ਵੀ ਘਰ ਦੀ ਸਾਰੀ ਫਸਲ ਉਜੜ ਗਈ, ਬਿਲਕੁਲ ਵੀ ਪਛਤਾਵਾ ਨਹੀਂ ਹੈ। ਉੱਪਰੋਂ ਤੁਸੀਂ ਮੁਸਕਰਾ ਰਹੇ ਹੋ, ਅੱਗੇ ਤੋਂ ਮੈਨੂੰ ਗਿਆਨ ਦੀਆਂ ਗੱਲਾਂ ਸੁਣਾ ਰਹੇ ਹੋ। ਪਿਤਾ ਜੀ ਇਸ ਤਰ੍ਹਾਂ ਕਹਿਣ ਲੱਗ ਪਏ। ਤੁਝ ਜਨਮੇ ਤੇ ਕੋ ਗੁਣ ਮੋਹੀ, ਤਾਂ ਕਹਿਣ ਲੱਗੇ ਤੇਰੇ ਜੰਮਣ ਤੇ ਘਰ ਵਿੱਚ ਕੋਈ ਫਾਇਦਾ ਨਹੀਂ ਮੈਨੂੰ ਹੋਇਆ। ਐਵੇਂ ਹੀ ਕਹਿਣ ਲੱਗੇ, ਪਾਦੇ ਨੇ ਪੱਤਰੀ ਤੇ ਲਿਖ ਦਿੱਤਾ ਵੀ ਤੁਹਾਡੇ ਘਰ 'ਚ ਰਸਨਾਈ ਹੋਵੇਗੀ। ਹੁਣ ਪਿੱਛੇ ਵੀ ਮੈਂ ਕਿਹਾ ਸੀ ਕਥਾ ਵਿੱਚ ਵੀ ਇਹ ਬਚਨ ਯਾਦ ਰੱਖਿਓ, ਇਹ ਬਾਰ-ਬਾਰ ਆਊਗੀ ਗੱਲ। ਉਹੀ ਗੱਲ ਫੇਰ ਮਹਿਤਾ ਕਾਲੂ ਜੀ ਨੇ ਦੁਹਰਾਈ। ਪਾਦਾ ਤਾਂ ਐਵੇਂ ਕਹਿੰਦਾ ਸੀ ਤੁਹਾਡੇ ਘਰ ਛਤਰ ਫਿਰੇਗਾ, ਰਸ਼ਨਾਈ ਹੋ ਜਾਵੇਗੀ, ਬੜੀਆਂ ਰੌਣਕਾਂ ਲੱਗਣਗੀਆਂ। ਦੇਖੋ ਮੇਰੇ ਘਰ ਦੇ ਵਿੱਚ ਰੌਣਕ ਲੱਗਦੀ, ਸਾਰਾ ਘਰ ਹੀ ਉਜੜ ਚੱਲਿਆ। ਇਸ ਤਰ੍ਹਾਂ ਕਰਕੇ ਮਹਿਤਾ ਕਾਲੂ ਜੀ ਲੱਗੇ ਹਨ ਕਹਿਣ, ਜਾਂ ਤੇ ਭਲੋ ਰਹਿਤ ਮੈਂ ਯੋਹੀ। ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੋਂ ਤੁਸੀਂ ਜਨਮ ਲਿੱਤਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਇਹ ਤੋਂ ਚੰਗਾ ਤਾਂ ਮੈਂ ਬਿਨਾਂ ਲੜਕੇ ਤੋਂ ਹੀ ਰਹਿ ਲੈਂਦਾ। ਕਮ ਤੇ ਕਮ ਘਰ ਦਾ ਨੁਕਸਾਨ ਤਾਂ ਨਾ ਹੁੰਦਾ, ਜੋ ਹੈ ਉਹ ਤਾਂ ਰਹਿੰਦੀ ਚੀਜ਼। ਇੱਕ ਸਪੂਤ ਬਹਾਦਰ ਬਕਮਾਵਹਿ, ਕਹਿਣ ਲੱਗੇ ਦੇਖੋ ਲੋਕਾਂ ਦੇ ਇੱਕ ਇੱਕ ਪੁੱਤਰ ਨੇ, ਦੋ ਦੋ, ਇੰਨਾ ਇੰਨਾ ਧਨ ਕਮਾਉਂਦੇ ਹਨ। ਤੂੰ ਅਸਭਾਜੋ ਬਾਦ ਗਵਾਵਹਿ, ਤੂੰ ਆਪਣੇ ਘਰ ਦਾ ਧਨ ਵਿਅਰਥੀ ਗਵਾ ਰਿਹਾ ਹੈ, ਨੁਕਸਾਨ ਹੀ ਕਰ ਰਿਹਾ ਹੈ। ਜਾਏ ਨਗਰ ਪੁਨ ਦਿਜ ਪਰ ਸਦਨਾ। ਹੁਣ ਮਹਿਤਾ ਕਾਲੂ ਜੀ ਗੁੱਸੇ ਵਿੱਚ ਆ ਕੇ ਉੱਥੋਂ ਆ ਗਏ। ਆ ਕੇ ਘਰ ਨਹੀਂ ਗਏ, ਕਿੱਥੇ ਗਏ? ਪਹਿਲਾਂ ਉਹ ਪ੍ਰਹੁਤ ਦੇ ਘਰ ਗਏ ਜਿਹਨੇ ਜਨਮ ਪੱਤਰੀ ਬਣਾਈ ਸੀ ਮਹਾਰਾਜ ਦੀ, ਜਿਹੜੀ ਬਹੁਤ ਉਪਮਾ ਕਰਦਾ ਸੀ। ਗੁੱਸੇ ਵਿੱਚ ਮਹਿਤਾ ਕਾਲੂ ਜੀ ਸਿੱਧੇ ਉਹਦੇ ਘਰੇ ਪਹੁੰਚੇ। ਕਹਿ ਬਚ ਬਦਨਾ, ਤਾਂ ਇਸ ਪ੍ਰਕਾਰ ਆਪਣੇ ਮੁਖਾਰ ਬਿੰਦ ਤੋਂ ਉਲਾਂਭੇ ਉਚਾਰ ਕੇ ਕਹਿਣ ਲੱਗੇ, ਉਲਾਂਭਾ ਦਿੱਤਾ ਪੰਡਿਤ ਜੀ ਨੂੰ। ਵੇਦ ਪੁਰਾਣ ਸਭੇ ਤੁਮ ਝੂਠੇ, ਕਹਿਣ ਲੱਗੇ ਪਾਦਾ ਜੀ ਤੁਸੀਂ ਤਾਂ ਨਾ ਝੂਠ ਬੋਲਣ ਲੱਗ ਗਏ ਸਾਰੇ। ਹੁਣ ਗੁੱਸੇ ਦੇ ਵਿੱਚ ਕੋਈ ਅੱਗੇ ਪਿੱਛੇ ਨਹੀਂ ਦੇਖਦੇ ਬੋਲਦੇ ਵੀ, ਆਮ ਘਰਾਂ 'ਚ ਹੁੰਦਾ ਬਜ਼ੁਰਗ। ਕਹਿਣ ਲੱਗੇ ਤੁਸੀਂ ਵੇਦ ਪਾਠ ਪੁਰਾਣ ਪੜ੍ਹਨ ਵਾਲੇ ਵੀ ਝੂਠ ਬੋਲਦੇ ਹੋ। ਪਾਦਾ ਜੀ ਕਹਿੰਦੇ ਕੀ ਗੱਲ ਹੋ ਗਈ? ਤੁਸੀਂ ਕਹਿੰਦੇ ਸਾਰਾ ਝੂਠ ਬੋਲਦੇ ਹੋ। ਹਾਂਜੀ, ਸੂਦੇ ਕਹੋ ਹੋਤ ਹੈ ਪੁੱਠੇ। ਕਹਿਣ ਲੱਗੇ ਤੁਸੀਂ ਤੁਹਾਡੇ ਜਿਹੜੇ ਲਿਖੇ ਹੋਏ ਲੇਖ ਤੁਸੀਂ ਲਿਖਦੇ ਹੋ ਨਾ, ਤੁਸੀਂ ਤਾਂ ਸਿੱਧੇ ਕਹਿੰਦੇ ਵੀ ਹੋਣਗੇ, ਉਹ ਪੁੱਠੀ ਹੁੰਦੀ ਹੈ ਗੱਲ। ਤੁਹਾਨੂੰ ਸਮਝ ਨਹੀਂ ਹੈ ਇਹ ਗੱਲ ਦੀ, ਤੁਹਾਨੂੰ ਅਸਲ 'ਚ ਪੱਤਰੀ ਬਾਚਣੀ ਹੀ ਨਹੀਂ ਆਉਂਦੀ। ਕੋਈ ਕਮੀ ਰਹਿ ਗਈ ਤੁਹਾਡੇ ਤੋਂ ਪੱਤਰੀ ਬਣਾਉਣ ਦੇ ਵਿੱਚ, ਜਨਮ ਪੱਤਰੀ ਬਣਾਉਣ 'ਚ। ਤੁਸੀਂ ਤਾਂ ਬਹੁਤ ਕੁਝ ਲਿਖਿਆ ਸੀ ਵੀ ਇਸ ਤਰ੍ਹਾਂ ਜਸ ਹੋਵੇਗਾ, ਮੇਰੇ ਘਰ ਦਾ ਤਾਂ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ। ਹੁਣ ਤੁਸੀਂ ਵੇਦ ਪਾਠ ਕਰਨ ਵਾਲੇ ਵੀ ਝੂਠ ਲੱਗੇ ਬੋਲਣ। ਦਛਣਾ ਲੈਣ ਦੇ ਮਾਰੇ ਨੇ ਤੁਸੀਂ ਮੇਰੀ ਐਵੇਂ ਝੂਠੀ ਉਪਮਾ ਕੀਤੀ ਵੀ ਤੁਹਾਡੇ ਘਰ ਐਡਾ ਪੁੱਤਰ ਹੋਇਆ, ਅਵਤਾਰ ਹੋਇਆ, ਮੈਂ ਵੀ ਬੜੇ ਚੌ ਲਾਡ ਮਨਾਏ, ਮੇਰੇ ਘਰ ਤਾਂ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ। ਜਾਤ ਵਿਚਾਰੇ, ਜਾਂ ਤਾਂ ਤੁਹਾਨੂੰ ਵਿਦਿਆ ਨਹੀਂ ਵਿਚਾਰਨੀ ਆਈ, ਤੁਹਾਨੂੰ ਪੱਤਰੀ ਬਣਾਉਣੀ ਨਹੀਂ ਆਈ, ਜਾਂ ਫਿਰ ਤੁਸੀਂ ਝੂਠ ਬੋਲਿਆ ਮੇਰਾ ਮਾਣ ਰੱਖਣ ਦੇ ਮਾਰਿਆਂ ਨੇ। ਹਰ ਕਹਿਤ ਪਾਜ ਉਚਾਰੇ, ਹਾਂ, ਕਹਿਣ ਲੱਗੇ ਤੁਸੀਂ ਝੂਠ ਕਿਉਂ ਬੋਲਿਆ? ਭਲੀ ਚਤਰ ਕੀ ਦੀਨ ਵਡਾਈ। ਪਾਦਾ ਜੀ ਤੂੰ ਤਾਂ ਕਹਿੰਦਾ ਸੀ ਵੀ ਇਹ ਮਹਿਤਾ ਕਾਲੂ ਜੀ ਤੇਰੇ ਸਿਰ ਤੇ ਤਾਂ ਛਤਰ ਫਿਰੇਗਾ, ਚੰਗਾ ਭਲਾ ਛਤਰ ਫਰਾਇਆ, ਕਹਿੰਦੇ ਮੇਰੇ ਸਿਰ ਤੇ ਤੁਸੀਂ ਚੰਗਾ ਮੇਰੇ ਘਰ ਦੇ ਉੱਪਰ ਛਤਰ ਫਰਾਇਆ ਹੈ। ਪੂਰਬ ਐਸ਼ਵਰਿਆ ਜਾਸ ਕਟਾਈ, ਤਾਂ ਕਹਿਣ ਲੱਗੇ ਜਿਹੜਾ ਪਹਿਲਾ ਵੀ ਧਨ ਸੀ ਉਹ ਵੀ ਘਟ ਗਿਆ, ਤੇ ਲੋਕ ਉਲਟਾ ਸਾਨੂੰ ਮਖੌਲ ਕਰਦੇ ਨੇ। ਲੋਕਾਂ ਨੇ ਇੱਜ਼ਤ ਤਾਂ ਕੀ ਕਰਨੀ ਸੀ, ਲੋਕ ਸਾਨੂੰ ਟੀਚਰਾਂ ਠੇਡੇ ਮਖੌਲ ਕਰਦੇ ਨੇ ਵੀ ਮਹਿਤਾ ਕਾਲੂ ਜੀ ਦੇ ਘਰ ਇੱਕ ਮਸਤਾਨਾ ਪੁੱਤਰ ਜੰਮਿਆ, ਬੈਠਾ ਰਹਿੰਦਾ ਆਲਸੀਆਂ ਵਾਂਗੂ ਚੁੱਪ ਬੈਠਾ ਰਹਿੰਦਾ, ਪੈਂਦਾ ਤਾਂ ਪਿਆ ਰਹਿੰਦਾ, ਖਨੀ ਉਹਨੂੰ ਕੋਈ ਭੂਤ ਚਿਮੜਿਆ, ਖਨੀ ਉਹਨੂੰ ਕੋਈ ਓਪਰੀ ਹਵਾ ਹੋਈ ਹੈ, ਖਨੀ ਉਹਨੂੰ ਕੋਈ ਸਰੀਰਕ ਰੋਗ ਹੈ, ਖਨੀ ਉਹਦਾ ਘਰ ਦੇ ਵਿੱਚ ਜੀਅ ਨਹੀਂ ਲੱਗਦਾ। ਇਸ ਤਰ੍ਹਾਂ ਲੋਕ ਆ ਕੇ ਜਦੋਂ ਮੈਨੂੰ ਸਲਾਹਾਂ ਦਿੰਦੇ ਨੇ, ਮੇਰੇ ਨਾਲ ਗੱਲਾਂ ਕਰਦੇ ਨੇ, ਮੈਨੂੰ ਉਲਟਾ ਬਹੁਤ ਗੁੱਸਾ ਚੜ੍ਹਦਾ ਹੈ। ਇਸ ਤਰ੍ਹਾਂ ਪਾਦੇ ਜੀ ਨੇ ਕਿਹਾ, ਜਦੋਂ ਪਾਦੇ ਨੂੰ ਮਹਿਤਾ ਕਾਲੂ ਜੀ ਨੇ ਕਿਹਾ, ਅਬ ਬੀਜਿਓ ਸਭ ਖੇਤ ਨਿਪਾਤੂ। ਕਹਿਣ ਲੱਗੇ ਹੁਣ ਦੀ ਪਿੱਛੇ ਤਾਂ ਜੋ ਨੁਕਸਾਨ ਹੋਇਆ ਸੁਣੋ। ਕਹਿਣ ਲੱਗੇ ਹੁਣ ਮੈਂ ਬੀਜ ਦੇ ਕੇ ਇਹਨਾਂ ਨੂੰ ਫਸਲ ਉਗਾਉਣ ਵਾਸਤੇ ਕਿਹਾ ਸੀ। ਹਾਂਜੀ, ਪਸ਼ੂ ਚਰਵਾਏ ਨ ਕੀਨੀ ਤਰਾਤੂ। ਫਸਲ ਬੀਜਤੀ, ਮੈਂ ਵੀ ਖੁਸ਼ ਹੋ ਗਿਆ, ਫਸਲ ਬੜੀ ਬੜੀ ਹੋ ਗਈ। ਸਾਰੀ ਫਸਲ ਦੇ ਵਿੱਚ ਅਵਾਰਾ ਪਸ਼ੂਏ ਨੂੰ ਚਗਾ ਦਿੱਤੀ, ਧਿਆਨ ਹੀ ਨਹੀਂ ਦਿੱਤਾ।
ਸਾਰੀ ਫਸਲ ਉਜਾੜ ਦਿੱਤੀ। ਜਬ ਕੋ ਜਨਮਿਓ ਇਨ ਸੁਧ ਲੀਨੀ, ਜਦੋਂ ਤੋਂ ਇਹਨਾਂ ਨੇ ਮੇਰੇ ਘਰ ਵਿੱਚ ਜਨਮ ਲਿੱਤਾ ਹੈ, ਇਹਨਾਂ ਨੇ ਸੋਝੀ ਸੰਭਾਲੀ ਹੈ, ਤਨ ਖੱਟਨ ਕੀ ਕ੍ਰਿਤ ਨ ਕੀਨੀ, ਉਸ ਦਿਨ ਤੋਂ ਮੇਰੇ ਘਰ ਦੇ ਵਿੱਚ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ, ਧਨ ਨੂੰ ਗਵਾ ਹੀ ਰਹੇ ਨੇ। ਹੋਇਓ ਸੰਚਿਓ ਪੂਰਬ ਮੇਰੋ, ਨਵਾਂ ਤਾਂ ਧਨ ਕੀ ਲਿਆਉਣਾ ਸੀ, ਜਿਹੜਾ ਪਹਿਲਾਂ ਵੀ ਸੀ ਉਹ ਵੀ ਗਵਾ ਰਹੇ ਨੇ। ਜਾਂ ਤੇ ਬੇਫਲ ਭਇਓ ਬਚ ਤੇਰੋ, ਇਸ ਕਰਕੇ ਮੈਂ ਮੰਨਦਾ ਵੀ ਜੋ ਤੂੰ ਕਿਹਾ ਸੀ ਝੂਠ ਹੀ ਕਿਹਾ ਸੀ। ਮੇਰੇ ਘਰ ਦੇ ਵਿੱਚ ਤਾਂ ਕੋਈ ਵਾਧਾ ਨਹੀਂ ਹੋਇਆ, ਕੋਈ ਰੁਸ਼ਨਾਈ ਨਹੀਂ ਹੋਈ। ਹੁਣ ਮਹਿਤਾ ਕਾਲੂ ਜੀ ਆਪਣੇ ਹਿਸਾਬ ਨਾਲ ਦੇਖਦੇ ਨੇ ਵੀ ਧਨ ਤਾਂ ਆਇਆ ਨਹੀਂ, ਕੋਈ ਨੁਕਸਾਨ ਹੀ ਨੁਕਸਾਨ ਹੋ ਰਿਹਾ ਹੈ। ਬੋਲਿਓ ਬਚਨ ਵਿਪਰ ਪਰ ਬੀਨਾ, ਇਸ ਪ੍ਰਕਾਰ ਜਿਹੜੇ ਪਾਦਾ ਜੀ ਸੀ, ਜਦੋਂ ਸਾਰੀ ਮਹਿਤਾ ਕਾਲੂ ਜੀ ਦੀ ਗੱਲਬਾਤ ਸੁਣੀ, ਫਿਰ ਉਹ ਇਸ ਤਰ੍ਹਾਂ ਬੋਲੇ, ਜਹ ਮਨ ਸ੍ਰੀ ਨਾਨਕ ਜਸ ਲੀਨਾ, ਕਹਿਣ ਲੱਗੇ ਮਹਿਤਾ ਕਾਲੂ ਜੀ ਤੁਸੀਂ ਗੁਰੂ ਨਾਨਕ ਜੀ ਦੀ ਮਹਿਮਾ ਨੂੰ ਨਹੀਂ ਜਾਣ ਸਕਦੇ, ਸਮਝਦੇ ਨਹੀਂ, ਤੁਹਾਡੇ ਅਜੇ ਭਾਗਾਂ 'ਚ ਨਹੀਂ ਹੈ। ਪਰਮੇਸ਼ਰ ਕਿਰਪਾ ਕਰੇ, ਪਾਦਾ ਜੀ ਇਸ ਤਰ੍ਹਾਂ ਕਹਿੰਦੇ ਨੇ, ਕਿ ਤੁਹਾਨੂੰ ਸਮਝ ਆ ਜਾਵੇ। ਜੋ ਇਹਨਾਂ ਦੇ ਵਿੱਚ ਹੁਣ ਰਾਏ ਬਲਾਰ ਨੂੰ ਨਜ਼ਰ ਆਉਂਦਾ ਹੈ, ਜੋ ਪਾਦਾ ਜੀ ਕਹਿੰਦੇ ਮੈਨੂੰ ਨਜ਼ਰ ਆਉਂਦਾ ਹੈ, ਜੋ ਕਾਜੀ ਜੀ ਨੂੰ ਨਜ਼ਰ ਆਇਆ, ਜੋ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਲੋਕੀ ਆਉਂਦੇ ਨੇ, ਇਹਨਾਂ ਦੇ ਨਾਲ ਗਿਆਨ ਦੀ ਚਰਚਾ ਕਰਦੇ ਨੇ, ਜੋ ਉਹਨਾਂ ਨੂੰ ਇਹਨਾਂ ਦੇ ਵਿੱਚ ਨਜ਼ਰ ਆਉਂਦਾ, ਤੁਹਾਨੂੰ ਨਜ਼ਰ ਨਹੀਂ ਆਇਆ ਜੇ, ਤਾਂ ਕਰਕੇ ਤੁਸੀਂ ਇਹੋ ਜਿਹੇ ਅਪਸ਼ਬਦ ਵਰਤਦੇ ਹੋ। ਸੁਨ ਕਾਲੂ ਤੂੰ ਮੂਲ ਹੋ ਭੁੱਲਾ, ਕਹਿਣ ਲੱਗੇ ਤੁਸੀਂ ਤਾਂ ਮੁੱਢ ਤੋਂ ਹੀ ਭੁੱਲੇ ਹੋ, ਤੁਹਾਨੂੰ ਸ਼ਰਧਾ ਨਹੀਂ ਆ ਸਕਦੀ, ਤੁਸੀਂ ਤਾਂ ਪੈਸਾ ਹੀ ਪੈਸਾ ਚਾਹੁੰਦੇ ਹੋ। ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ, ਤੁਹਾਡਾ ਪੁੱਤਰ ਤਾਂ ਬਹੁਤ ਸੁਸ਼ੀਲ ਹੈ, ਸਾਊ ਸੁਭਾਅ ਦਾ, ਨੇਕ ਸੁਭਾਅ ਹੈ, ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ, ਉਹਨਾਂ ਵਿੱਚ ਕੋਈ ਐਬ ਨਹੀਂ, ਕੋਈ ਭੈੜ ਨਹੀਂ, ਕੋਈ ਉਹਨਾਂ ਦੇ ਮਨ ਵਿੱਚ ਚੰਚਲਤਾ ਹੀ ਨਹੀਂ, ਕੋਈ ਖੋਟਾ ਵਚਨ ਬੋਲਦੇ ਨਹੀਂ, ਜਵਾਨ ਅਵਸਥਾ ਦੇ ਵਿੱਚ ਕੋਈ ਅਲੰਭਾ ਨਹੀਂ ਤੁਹਾਨੂੰ ਦਵਾਉਂਦੇ, ਕਿਸੇ ਨਾਲ ਝਗੜਾ ਨਹੀਂ ਕਰਦੇ, ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦੇ, ਕਿਸੇ ਦੀ ਨਿੰਦਿਆ ਨਹੀਂ ਕਰਦੇ, ਚੁਗਲੀ ਨਹੀਂ ਕਰਦੇ। ਇੰਨਾ ਸਿਆਣਾ ਤੁਹਾਡਾ ਪੁੱਤਰ ਹੈ, ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਉਹਨਾਂ ਦੇ ਵਿੱਚ ਚੰਗਿਆਈ ਨਜ਼ਰ ਆਉਂਦੀ। ਬਾਰ ਬਾਰ ਮੈਂ ਤੁਝ ਸਮਝਾਇਓ, ਬਹੁਤ ਵਾਰੀ ਅਸੀਂ ਤੈਨੂੰ ਇਹ ਗੱਲਾਂ ਸਮਝਾ ਚੁੱਕੇ ਹਾਂ। ਜਗਤ ਉਦਾਹਰਨ ਹਿਤ ਇਹ ਆਇਓ, ਮੈਂ ਫੇਰ ਕਹਿਣਾ ਡੰਕੇ ਦੀ ਚੋਟ ਨਾਲ, ਪਾਦਾ ਜੀ ਕਹਿੰਦਾ ਜਗਤ ਦਾ ਉਧਾਰ ਕਰਨ ਵਾਸਤੇ ਪਰਮੇਸ਼ਰ ਦਾ ਰੂਪ ਹੈ। ਭਗਵਦ ਗੀਤਾ ਸਾਰ ਵਿਚਾਰਾ, ਕਹਿੰਦੇ ਤੈਂ ਆਪ ਸੁਣਿਆ ਸੀ। ਹੁਣ ਉਹਨਾਂ ਨੇ ਕੋਈ ਭਗਵਦ ਗੀਤਾ ਪੜ੍ਹੀ ਸੀ, ਉਹਨਾਂ ਨੇ ਕਿਵੇਂ ਉਹਨਾਂ ਦੇ ਸ਼ਲੋਕਾਂ ਦੀ ਅਰਥ ਕਰਕੇ ਸੁਣਾਏ। ਫਿਰ ਪਾਦਾ ਜੀ ਨੇ ਇਸ ਤਰ੍ਹਾਂ ਮਹਿਤਾ ਕਾਲੂ ਜੀ ਨੂੰ ਕਿਹਾ, ਕਿਉਂਕਿ ਮਹਿਤਾ ਕਾਲੂ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਪਤ ਸ਼ਲੋਕ ਗੀਤਾ ਦੇ ਪੜ੍ਹ ਕੇ ਸੁਣਾਏ ਔਰ ਅਰਥਾਂ ਸਮੇਤ ਸੁਣਾਏ ਸੀ। ਕਹਿੰਦੇ ਜੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ ਤਾਂ ਫਿਰ ਤੁਹਾਨੂੰ ਕਿਵੇਂ ਸੁਣਾ ਦਿੱਤੇ। ਕਰੈ ਪੜੈ ਬਿਨ ਸ਼ਬਦ ਉਚਾਰਾ, ਦੱਸੋ ਪੜ੍ਹੇ ਬਿਨਾ ਔਰ ਸ਼ਬਦ ਯਾਦ ਕਰੇ ਬਿਨਾ ਕਿਵੇਂ ਇਹ ਉਚਾਰਨ ਹੋ ਸਕਦੇ ਨੇ। ਜਿਨ ਮੋ ਕੋ ਸ਼ੁਭ ਦੀਨੋ ਗਿਆਨਾ, ਤੇਰੇ ਸਾਹਮਣੇ ਹੀ ਉਹਨਾਂ ਨੇ ਮੈਨੂੰ ਗਿਆਨ ਕਰਾਇਆ ਹੈ, ਏਡੀ ਮੇਰੇ ਨਾਲ ਗਿਆਨ ਦੀ ਚਰਚਾ ਕੀਤੀ ਹੈ। ਜਿਹ ਬਚ ਸੁਨ ਮਮ ਮਨ ਠਹਿਰਾਨਾ, ਔਰ ਉਹ ਬਚਨਾਂ ਨੂੰ ਸੁਣ ਕੇ ਮੇਰੇ ਮਨ ਦੇ ਵਿੱਚ ਸ਼ਰਧਾ ਵਿਸ਼ਵਾਸ ਜਾਗ ਗਿਆ। ਲੋਕ ਉਦਾਹਰਨ ਕਰ ਹੈ ਅਨੇਕੂ, ਦੇਖ ਕਿੰਨੇ ਲੋਕਾਂ ਦਾ ਉਹਨਾਂ ਨੇ ਉਧਾਰ ਕੀਤਾ ਹੈ। ਕੋੜੀ ਦਾ ਉਧਾਰ ਕੀਤਾ, ਜਿਹੜੇ ਦਾਈ ਦੇ ਹੱਥੀ ਉਹਨਾਂ ਨੇ ਜਨਮ ਲਿਆ, ਉਹਦੀ ਅਵਸਥਾ ਦੇਖ ਮਸਤਾਨੀ ਹੋਈ ਪਈ ਹੈ। ਕਾਜੀ ਸਾਹਿਬ ਦੇਖ ਉਹਨਾਂ ਦੇ ਅੰਦਰ ਕਿਵੇਂ ਗਿਆਨ ਦਾ ਅੰਦਰ ਫੁਹਾਰੇ ਫੁੱਟੇ ਹਨ। ਇਸ ਪ੍ਰਕਾਰ ਜਪ ਹੈ ਜਾਪ ਜੋ ਪਾਏ ਵਿਵੇਕੂ, ਕਹਿਣ ਲੱਗੇ ਉਹ ਹਮੇਸ਼ਾ ਉਹ ਸੱਚੇ ਪਰਮਾਤਮਾ ਦਾ ਜਾਪ ਕਰਦੇ ਰਹਿੰਦੇ ਨੇ, ਅੰਦਰ ਉਹਨਾਂ ਦੇ ਵਿਵੇਕ ਬੁੱਧ ਹੈ, ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਮੁਝ ਕੋ ਦੇ ਸਤ ਵਿਸ਼ਨੂੰ ਸਮਾਨਾ, ਕਹਿਣ ਲੱਗਿਆ ਮੈਨੂੰ ਤਾਂ ਉਹਨਾਂ ਦੇ ਵਿੱਚ ਰਾਮਚੰਦਰ ਜੀ ਦੇ, ਵਿਸ਼ਨੂੰ ਜੀ ਦੇ, ਕ੍ਰਿਸ਼ਨ ਭਗਵਾਨ ਦੇ ਤਿੰਨਿਆਂ ਦੇ ਦਰਸ਼ਨ ਹੁੰਦੇ ਨੇ। ਇੱਥੋਂ ਤੱਕ ਪਾਦੇ ਜੀ ਨੇ ਕਹਿ ਦਿੱਤਾ, ਮੈਂ ਤਾਂ ਉਹਨਾਂ ਨੂੰ ਅਵਤਾਰ ਮੰਨਦਾ, ਮੈਂ ਤਾਂ ਉਹਨਾਂ ਨੂੰ ਰੱਬ ਮੰਨਦਾ। ਕਾਜੀ ਸਾਹਿਬ ਨੂੰ ਉਹਨਾਂ ਵਿੱਚੋਂ ਖੁਦਾ ਨਜ਼ਰ ਆਇਆ, ਮੈਨੂੰ ਉਹਨਾਂ ਵਿੱਚੋਂ ਰਾਮ ਭਗਵਾਨ ਨਜ਼ਰ ਆਇਆ। ਤੈਨੂੰ ਪਤਾ ਨਹੀਂ ਮਹਿਤਾ ਕਾਲੂ ਜੀ ਕਿਉਂ ਨਹੀਂ ਉਹਨਾਂ ਵਿੱਚ ਨਜ਼ਰ ਆਉਂਦਾ ਕੁਛ। ਇਸ ਤਰ੍ਹਾਂ ਪਾਦਾ ਜੀ ਨੇ ਵੀ ਗੁੱਸੇ ਵਿੱਚ ਆ ਕੇ ਕਹੀ ਗੱਲ, ਕਲਾਵਨਾ ਸਭ ਸ਼ੁਭ ਗੁਣ ਖਾਨਾ, ਉਹਨਾਂ ਵਿੱਚ ਬਹੁਤ ਕਲਾ ਹੈ, ਕਲਾ ਦੇ ਖਜ਼ਾਨੇ ਹਨ, ਗੁਣਾਂ ਦੇ ਖਜ਼ਾਨੇ ਹਨ। ਮਹਿਤਾ ਕਾਲੂ ਜੀ, ਨਾਨਕ ਜੀ, ਵਿਪਰ ਬਚਨ ਸੁਨ ਕਰ ਤਬ ਕਾਲੂ, ਮਹਿਤਾ ਕਾਲੂ ਜੀ ਗੁੱਸੇ ਵਿੱਚ ਹੋਰ ਭਰ ਗਏ ਕਿ ਇਹ ਤਾਂ ਮੇਰੀ ਗੱਲ ਸਮਝ ਹੀ ਨਹੀਂ ਰਹੇ। ਗੁੱਸੇ ਵਿੱਚ ਆ ਕੇ ਉੱਥੋਂ ਪੰਡਿਤ ਜੀ ਦੇ ਘਰ ਤੋਂ ਚਲੇ ਜਾਂਦੇ ਹਨ। ਤਦਨ ਹੈ ਆਇਓ ਰੋਸ ਬਿਸਲੂ,
ਔਰ ਗੁੱਸੇ ਵਿੱਚ ਆ ਕੇ ਆਪਣੇ ਘਰ ਆ ਗਏ। ਤਹਿ ਪਾਛੇ ਸ੍ਰੀ ਗੁਰ ਜਗਤੇਸ਼ਾ। ਤਾਂ ਉਸ ਦਿਨ ਤੋਂ ਬਾਅਦ ਯਾਨੀ ਕਿ ਪਿਤਾ ਜੀ ਨੇ ਕਾਫੀ ਘੂਰ ਕੀਤੀ, ਬਹੁਤ ਅਪਸ਼ਬਦ ਬੋਲਦੇ ਨੇ, ਘਰ ਦੇ ਵਿੱਚ ਵੀ ਬੋਲੀ ਜਾਂਦੇ ਨੇ, ਮਹਿਤਾ ਕਾਲੂ ਜੀ ਵੀ ਕੋਈ ਕੰਮ ਨਹੀਂ ਕਰਦੇ, ਨੁਕਸਾਨ ਹੀ ਕਰਦੇ ਰਹਿੰਦੇ ਨੇ, ਜਦੋਂ ਦੇ ਆਏ ਨੇ ਮੇਰੇ ਘਰ 'ਚ ਘਾਟਾ ਹੀ ਘਾਟਾ ਹੋ ਰਿਹਾ। ਮਹਾਰਾਜ ਜੀ ਦਾ ਮਨ ਤਾਂ ਪਹਿਲਾਂ ਹੀ ਉਦਾਸ ਰਹਿੰਦਾ ਸੀ, ਹੋਰ ਜ਼ਿਆਦਾ ਉਦਾਸ ਹੋ ਗਿਆ ਵੀ ਸਾਰਾ ਕੁਝ ਪੈਸਾ ਹੀ ਹੋ ਗਿਆ, ਮਾਇਆ ਹੀ ਹੋ ਗਈ। ਪਰਿਵਾਰ 'ਚ ਕੋਈ ਜੀਆਂ ਦਾ ਪ੍ਰੇਮ ਔਰ ਕੁਝ ਨਹੀਂ ਹੈ, ਸਿਰਫ ਮਾਇਆ। ਮਾਇਆ ਕਰਕੇ ਹੀ ਪਿਆਰ ਪ੍ਰੇਮ ਹੈ, ਮਾਇਆ ਕਰਕੇ ਹੀ ਹੈ ਸਾਰਾ ਕੁਝ। ਤਾਂ ਇਸ ਪ੍ਰਕਾਰ ਮਹਾਰਾਜ ਜੀ ਹੋਰ ਜ਼ਿਆਦਾ ਉਦਾਸ ਰਹਿਣੇ ਸ਼ੁਰੂ ਹੋ ਗਏ। ਰਹਿਤ ਉਦਾਸ ਦੁਰਾਏ ਬੇਸਾ। ਤਾਂ ਇਸ ਪ੍ਰਕਾਰ ਮਹਾਰਾਜ ਜੀ ਬਹੁਤ ਗੰਭੀਰ ਲੱਗ ਪਏ ਰਹਿਣ। ਕੋ ਕਲਾਵਾਨ ਕਰ ਕਹਾਈ। ਜਿਹੜੇ ਜਿਹੜੇ ਉਹਨਾਂ ਦੇ ਕੋਲੇ ਕਿਤੇ ਕੋਈ ਬਹਿ ਜਾਂਦਾ, ਉਹਨਾਂ ਦੇ ਨਾਲ ਗਿਆਨ ਦੀ ਚਰਚਾ ਕਰਦੇ, ਕੋਈ ਸਤ ਸੰਗੀ ਸੀ ਉਹਨਾਂ ਦਾ ਜਿਹੜਾ, ਉਹ ਮਹਾਰਾਜ ਜੀ ਦੀ ਉਪਮਾ ਕਰਦਾ। ਹਾਂਜੀ, ਜੋ ਸਤ ਸੰਗੀ ਮਾਨਵ ਅਹਈ। ਜੋ ਮਹਾਰਾਜ ਦੇ ਸਤ ਸੰਗੀ ਹੁੰਦੇ। ਨਰਮਤ ਮੰਦਨ ਲਖ ਸੁਖ ਕੰਦਾ। ਹੁਣ ਪਰ ਭੈੜੀ ਮੱਤ ਵਾਲੇ ਜਿਹੜੇ ਸੰਸਾਰ ਦੇ ਜੀਵ ਸਨ, ਉਹ ਕੀ ਮਹਾਰਾਜ ਜੀ ਨੂੰ ਪਛਾਣ ਸਕਦੇ ਸੀ ਨਹਿ ਜਾਣ ਇਹ ਰੂਪ ਮੁਕੰਦਾ ਕਿ ਇਹ ਮੁਕਤੀ ਦੇ ਦਾਤੇ ਨੇ? ਇਹ ਗੱਲ ਦੀ ਸਮਝ ਕਿੱਥੇ ਸੀ ਸੰਸਾਰ ਨੂੰ? ਜਦੋਂ ਵੀ ਸਮੇਂ ਅਨੁਸਾਰ ਧਰਤੀ ਦੇ ਅਵਤਾਰ ਆਏ, ਅਵਤਾਰਾਂ ਨੂੰ ਸਮਝ ਨਹੀਂ ਸਕੇ। ਬਾਅਦ ਵਿੱਚ ਉਹ ਗੱਲਾਂ ਬਾਤਾਂ ਜਦੋਂ ਚੱਲਦੀਆਂ ਨੇ, ਇਸ ਤਰ੍ਹਾਂ ਮਨ ਵਿੱਚ ਹੁੰਦਾ ਹੈ, ਪਰ ਉਸ ਸਮੇਂ ਨਹੀਂ। ਬਿਰਲਿਆਂ ਨੂੰ ਸਰਦਾ ਵਿਸ਼ਵਾਸ ਹੁੰਦਾ ਇਸ ਗੱਲ ਦਾ। ਵਹਿਰ ਨਗਰ ਤੇ ਪਿਟਬ ਚਦੂਰਾ। ਤਾਂ ਇਸ ਪ੍ਰਕਾਰ ਮਹਾਰਾਜ ਜੀ ਹੁਣ ਨਗਰ ਤੋਂ ਵੀ ਦੂਰ, ਜਿੱਥੇ ਮਹਾਰਾਜ ਜੀ ਦਾ ਖੂਹ ਸੀ, ਉੱਥੇ ਇੱਕ ਦਰਖਤ ਸੀ, ਉਹਦੇ ਥੱਲੇ ਬਹਿ ਜਾਣਾ। ਜਾਂ ਭਾਈ ਬਾਲੇ ਸੰਧੂ ਦਾ ਖੂਹ ਸੀ, ਬਹੁਤ ਅੱਗੇ ਸਾਖੀ ਦੇ ਵਿੱਚ ਆਵੇਗਾ। ਚੰਦਰਭਾਨ ਦਾ ਖੂਹ ਸੀ ਭਾਈ ਬਾਲੇ ਜੀ ਦੇ ਪਿਤਾ ਦਾ, ਉੱਥੇ ਦਰਖਤ ਦੇ ਥੱਲੇ ਘਣੀ ਛਾਂ ਸੀ, ਉੱਥੇ ਬੈਠ ਜਾਂਦੇ ਜਾ ਕੇ। ਉਹ ਪਿੰਡ ਦੇ ਬਾਹਰ ਸੀ, ਤੇ ਉੱਥੇ ਮਹਾਰਾਜ ਜੀ ਜਾ ਕੇ ਸਮਾਧੀ ਸਥਿਤ ਬੈਠੇ ਰਹਿੰਦੇ। ਵਾਸੁਰ ਬੈਸ ਹੈ ਤਹ ਜਗ ਮੂਰਾ। ਹੁਣ ਮਹਾਰਾਜ ਜੀ ਦਰਖਤ ਦੇ ਥੱਲੇ ਬੈਠੇ ਰਹਿੰਦੇ, ਇਸ ਤਰ੍ਹਾਂ ਆਪਣਾ ਸਮਾਂ ਗੁਜ਼ਾਰਦੇ। ਕਾਲ ਬਿਦਾਵ ਹੈ ਰਹਿ ਦਈ ਕਾਕੀ। ਹਾਂ, ਇਸ ਪ੍ਰਕਾਰ ਆਪਣਾ ਸਮਾਂ ਬਿਤਾਉਂਦੇ ਔਰ ਇਕਾਂਤ ਰਹਿੰਦੇ, ਕਿਸੇ ਨਾਲ ਨਹੀਂ ਸੀ ਬੋਲਦੇ। ਬੋਲਣ ਮਿਲਣ ਨ ਲੈ ਸੁਧ ਕਾਕੀ। ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ। ਏਕ ਦਿਵਸ ਪਾਦ ਬਦਲ ਸੁੰਦਰ। ਤਾਂ ਇੱਕ ਮਹਾਰਾਜ ਜੀ ਕਿਤੇ ਇੱਕ ਦਿਨ ਕੀ ਹੋਇਆ, ਜਿਵੇਂ ਉਹ ਦਰਖਤ ਦੇ ਥੱਲੇ ਬੈਠੇ ਮਨ ਵਿੱਚ ਆਇਆ ਮਹਾਰਾਜ ਜੀ ਫੇਰ ਲੇਟ ਜਾਂਦੇ ਨੇ। ਮਹਾਰਾਜ ਜੀ ਲੇਟ ਗਏ। ਸਗਨ ਛਾਉ ਬੈਠੇ ਗੁਣ ਮੰਦਰ। ਬਹੁਤ ਘਣੀ ਛਾਂ ਸੀ, ਮਹਾਰਾਜ ਜੀ ਆਰਾਮ ਲੱਗ ਪਏ ਕਰਨ। ਜਬ ਦਿਨ ਕੇ ਜੁਗ ਜਾਮ ਬਿਤਾਏ। ਜਦੋਂ ਦਿਨ ਦੀਆਂ 4 ਘੜੀਆਂ ਦਾ ਸਮਾਂ ਬੀਤ ਗਿਆ, ਦੁਖ ਮੋਚਨ ਲੋਚਨ ਅਲਸਾਏ। ਮਹਾਰਾਜ ਜੀ ਨੇ ਅੱਖਾਂ ਬੰਦ ਕਰਕੇ ਬੜੇ ਆਰਾਮ ਦੇ ਨਾਲ ਲੇਟ ਗਏ। ਅੰਦਰ ਵਸਤਰ ਵਿਛਾਏ ਬਿਛੌਨਾ। ਹੁਣ ਮਹਾਰਾਜ ਜੀ ਕੋਲੇ ਜਿਹੜਾ ਉਹ ਕੱਪੜਾ ਹੁੰਦਾ, ਜਿਵੇਂ ਚਾਦਰਾ, ਉਹਨੂੰ ਵਿਛਾ ਲਿਆ ਪੱਤਿਆਂ ਦੇ ਉੱਪਰ। ਹਾਂਜੀ, ਪੌੜੇ ਪੁਨ ਅਨਕੰਪਾ ਪੌਨ। ਔਰ ਬੜੀ ਖੁਸ਼ੀ ਦੇ ਵਿੱਚ ਮਹਾਰਾਜ ਜੀ ਸਿੱਧੇ ਲੇਟ ਜਾਂਦੇ ਹਨ। ਦੋਏ ਮਹੂਰਤ ਜਬ ਹੈ ਬਿਤਾਵਾ। ਜਦੋਂ ਦਿਨ ਦੀਆਂ 4 ਘੜੀਆਂ ਸਮਾਂ ਬੀਤ ਗਿਆ, ਚਲ ਬੁਲਾਰ ਤਹ ਮਾਰ ਗਿਆ ਵਾ। ਕੁਦਰਤੀ ਰਾਏ ਬੁਲਾਰ ਦਾ ਫੇਰ ਆਉਣਾ ਹੋ ਗਿਆ। ਉਧਰ ਦੀ ਰਾਏ ਬੁਲਾਰ ਜੀ ਆ ਗਏ। ਪੇਖ ਅਚੰਭੋ ਮਨ ਬਿਸਮਾਨਾ। ਹੁਣ ਰਾਏ ਬੁਲਾਰ ਜੀ ਨੇ ਇੱਕ ਹੈਰਾਨੀਜਨਕ ਦ੍ਰਿਸ਼ ਦੇਖਿਆ, ਹੈਰਾਨ ਹੋ ਗਏ। ਸ਼ੋਰ ਬਹਿਨ ਪਾਇਓ ਠਹਿਰਾਨਾ। ਤੇ ਹੁਣ ਸ਼ਰਧਾ ਸੀ ਰਾਏ ਬੁਲਾਰ ਜੀ ਕਹਿੰਦੇ, ਭਾਈ ਕਿਸੇ ਨੇ ਖੜਕਾ ਨਹੀਂ ਕਰਨਾ, ਰੌਲਾ ਨਾ ਕਰੋ, ਬੜੇ ਆਰਾਮ ਦੇ ਨਾਲ ਦਰਸ਼ਨ ਕਰੀਏ। ਕਹਿਣ ਲੱਗੇ ਮੇਰੇ ਨਾਨਕ ਜੀ ਆਰਾਮ ਕਰ ਰਹੇ ਹਨ। ਹੁਣ ਬਹੁਤ ਸ਼ਰਧਾ ਸੀ ਰਾਏ ਬੁਲਾਰ ਦੇ ਹਿਰਦੇ 'ਚ। ਰਾਏ ਬੁਲਾਰ ਜੀ ਨੇ ਜਾ ਕੇ ਕੀ ਦੇਖਿਆ, ਨਿਜ ਸੰਗੀ ਸੋ ਬਚਨ ਅਲਾਵਾ। ਆਪਣੇ ਨਾਲ ਦੇ ਸਾਥੀਆਂ ਨੂੰ ਰਾਏ ਬੁਲਾਰ ਜੀ ਨੇ ਕਿਹਾ, ਦੇਖੋ ਅਚਰਜ ਇਹੋ ਸੁਹਾਵਾ। ਦੇਖੋ ਸਾਹਮਣੇ ਨਿਗਾਹ ਨਾਲ ਦੇਖੋ ਕੀ ਅਚਰਜ ਕੌਤਕ ਹੋ ਰਿਹਾ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ। ਕਹਿਣ ਲੱਗੇ ਮਹਿਤਾ ਕਾਲੂ ਜੀ ਦੇ ਪੁੱਤਰ ਨਾਨਕ ਜੀ ਆਰਾਮ ਕਰ ਰਹੇ ਹਨ। ਸੋਇਓ ਅਜਮਤ ਜਾਸ ਬਿਸਾਲੂ। ਕਹਿਣ ਲੱਗੇ ਉਹਨਾਂ ਨੂੰ ਤਾਂ ਅਸੀਂ ਵੀ ਆਰਾਮ ਕਰ ਰਹੇ ਨੇ, ਸੋ ਰਹੇ ਨੇ। ਕਹਿੰਦੇ ਦੇਖੋ ਕਿੱਡੇ ਕਰਾਮਾਤੀ ਨੇ, ਬੜੇ ਆਰਾਮ ਦੇ ਨਾਲ ਸੋ ਰਹੇ ਹਨ। ਟਰਗਾ ਸਭ ਪਾਦਪ ਪਰਛਾਵਾਂ। ਇੱਕ ਚੀਜ਼ ਦੇਖਣ ਵਾਲੀ ਹੈ,
ਰਾਏ ਬੁਲਾਰ ਕਹਿੰਦਾ ਦਰਖਤ ਦੀ ਨੇੜੇ ਤੇੜੇ ਹੋਰ ਵੀ ਦਰਖਤ ਨੇ, ਕਹਿੰਦੇ ਬਾਕੀ ਦਰਖਤਾਂ ਦੀ ਛਾਂ ਦੂਏ ਪਾਸੇ ਚਲੀ ਗਈ ਹੈ, ਪਰ ਜਿਸ ਥਾਂ ਤੇ ਗੁਰੂ ਨਾਨਕ ਜੀ ਲੇਟੇ ਨੇ ਕਹਿਣ ਲੱਗੇ ਅੱਜ ਦਰਖਤ ਦੀ ਛਾਂ ਉੱਥੇ ਹੀ ਖੜੀ ਹੈ, ਬਾਕੀ ਦਰਖਤਾਂ ਦੀ ਛਾਂ ਦੂਏ ਪਾਸੇ ਚਲੀ ਗਈ ਹੈ ਸੂਰਜ ਦੇ ਹਿਸਾਬ ਨਾਲ, ਪਰ ਕਹਿਣ ਲੱਗੇ ਇਸ ਦਰਖਤ ਦੀ ਛਾਂ ਗੁਰੂ ਨਾਨਕ ਜੀ ਦੇ ਉੱਪਰ ਛਾਂ ਹੀ ਕਰ ਰਹੀ ਹੈ। ਦੇਖੋ ਕਹਿਣ ਲੱਗੇ ਅਜਬ ਕੌਤਕ, ਨਹੀਂ ਡਰਿਓ ਜਹ ਇਨ ਸੁਖ ਪਾਵਾ। ਕਹਿਣ ਲੱਗੇ ਬੜੇ ਆਰਾਮ ਦੇ ਨਾਲ ਪਏ ਨੇ, ਇਹਨਾਂ ਦੇ ਦਰਖਤ ਦੀ ਛਾਂ ਨਹੀਂ ਇੱਧਰ ਉੱਧਰ ਹੋਈ। ਨਿਸ਼ਚੇ ਕਲਾਵਾਨ ਅਵਤਾਰ, ਦੇਖੋ ਇਹ ਬੜੇ ਕਰਾਮਾਤੀ ਅਜਮੀ ਹਨ। ਰਹਿਤ ਦੁਰਾਏ ਆਪਨ ਪੋਸਾਰਾ। ਤਾਂ ਉਸ ਦਿਨ ਤੋਂ ਬਾਅਦ ਫਿਰ ਜਾਨੀ ਕਿ ਹੋਰ ਜ਼ਿਆਦਾ ਰਾਏ ਬੁਲਾਰ ਦੇ ਮਨ ਵਿੱਚ ਸ਼ਰਧਾ ਉਪਜ ਗਈ, ਨਿਸ਼ਚਾ ਪੈਦਾ ਹੋ ਗਿਆ। ਤਾਂ ਹੁਣ ਰਾਏ ਬੁਲਾਰ ਜੀ ਨੇ ਉਠਾਇਆ ਨਹੀਂ ਮਹਾਰਾਜ ਜੀ ਨੂੰ, ਦਰਸ਼ਨ ਕਰਕੇ ਦੱਬੇ ਪੈਰ ਹੀ ਆਪਣੇ ਘਰ ਨੂੰ ਚਲਿਆ ਜਾਂਦਾ ਹੈ। ਨਾਲ ਦਿਨ ਗੱਲਾਂ ਕਰਦਾ, ਗੱਲਾਂ ਕਰਦੇ ਕਰਦੇ ਬੜੀ ਉਪਮਾ ਕਰਦਾ ਜਾਂਦਾ, ਬੜਾ ਖੁਸ਼ ਹੁੰਦਾ ਹੈ। ਹੁਣ ਇਸ ਗੱਲ ਦਾ ਰਾਏ ਬੁਲਾਰ ਜੀ ਨੂੰ ਵੀ ਪਤਾ ਲੱਗਿਆ ਸੀ ਵੀ ਗੁਰੂ ਨਾਨਕ ਜੀ ਨੇ ਫਸਲ ਬੀਜੀ ਸੀ, ਸਾਰੇ ਪਸ਼ੂਆਂ ਨੂੰ ਖਵਾ ਦਿੱਤੀ ਔਰ ਬੜਾ ਫਸਲ ਦਾ ਨੁਕਸਾਨ ਹੋਇਆ ਬੀਜ ਦਾ। ਹੁਣ ਰਾਏ ਬੁਲਾਰ ਆਰਾਮ ਨਾਲ ਆਪਣੇ ਘਰ ਦੇ ਵਿੱਚ ਬੈਠੇ ਨੇ ਤੇ ਸੁਭਾਵਿਕ ਹੀ ਮਹਿਤਾ ਕਾਲੂ ਜੀ ਉੱਥੇ ਪਹੁੰਚ ਗਏ। ਮਹਿਤਾ ਕਾਲੂ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਕੋਲੇ ਬਿਠਾਇਆ, ਕਹਿਣ ਲੱਗੇ ਮਹਿਤਾ ਕਾਲੂ ਜੀ ਤੁਸੀਂ ਐਵੇਂ ਉਹਨਾਂ ਨੂੰ ਕਠੋਰ ਵਚਨ ਬੋਲਦੇ ਰਹਿੰਦੇ ਹੋ, ਅੱਜ ਮੈਂ ਫੇਰ ਕੌਤਕ ਦੇਖਿਆ ਵੀ ਦਰਖਤ ਦੀ ਛਾਂ ਉਹਨਾਂ ਦੇ ਉੱਪਰ ਸੀ, ਬਾਕੀ ਦਰਖਤਾਂ ਦੀ ਛਾਂ ਢਲ ਗਈ। ਬੜੀ ਉਪਮਾ ਕਰਦੇ ਨੇ। ਮਹਿਤਾ ਕਾਲੂ ਜੀ ਆਪਣੇ ਮੁਖਾਰਬਿੰਦ ਤੋਂ ਨਹੀਂ ਬੋਲਦੇ, ਮਨ ਉਦਾਸ ਹੈ, ਚਿਹਰਾ ਢਿੱਲਾ ਪਿਆ। ਕਹਿਣ ਲੱਗੇ ਤੇਨੇ ਮਨ ਵਿੱਚ ਕਿਉਂ ਨਹੀਂ ਸ਼ਰਧਾ ਪੈਦਾ ਹੁੰਦੀ? ਮਹਿਤਾ ਕਾਲੂ ਜੀ ਕਹਿੰਦੇ ਖਬਨੀ ਰਾਏ ਬੁਲਾਰ ਜੀ, ਜੋ ਚੀਜ਼ ਤੁਹਾਨੂੰ ਉਹਨਾਂ ਵਿੱਚ ਦਿਖਦੀ ਹੈ, ਪੰਡਿਤ ਹਰਦਿਆਲ ਪਾਂਧੇ ਨੂੰ ਦਿਖਦੀ ਹੈ, ਕਾਜੀ ਨੂੰ ਦਿਖ ਰਹੀ ਹੈ, ਆਂਢ ਗੁਆਂਢੀਆਂ ਨੂੰ ਦਿਖਦੀ ਹੈ, ਮੈਨੂੰ ਕੀ ਨਹੀਂ ਉਹਨਾਂ ਵਿੱਚ ਅੱਛਾਈ ਨਜ਼ਰ ਆਉਂਦੀ। ਬੜੇ ਉਦਾਸ ਹੋ ਜਾਂਦੇ ਨੇ ਮਹਿਤਾ ਕਾਲੂ ਜੀ। ਕਹਿਣ ਲੱਗੇ ਮੇਰਾ ਤਾਂ ਇੰਨਾ ਬੀਜ ਦਾ ਨੁਕਸਾਨ ਕਰ ਦਿੱਤਾ। ਹੁਣ ਅੱਗੇ ਰਾਏ ਬੁਲਾਰ ਜੀ ਕਹਿਣ ਲੱਗੇ ਹੇ ਮਹਿਤਾ ਜੀ, ਜਿੰਨਾ ਤੁਹਾਡੇ ਅਨਾਜ ਦਾ ਨੁਕਸਾਨ ਹੋਇਆ ਮੇਰੇ ਕੋਲੋਂ ਲੈ ਲਓ, ਮੇਰੇ ਕੋਲ ਲੈ ਲਓ। ਜੋ ਕੋਈ ਵੀ ਨਾਨਕ ਜੀ ਤੁਹਾਡਾ ਨੁਕਸਾਨ ਕਰਦੇ ਨੇ ਉਹਦੀ ਭਰਪਾਈ ਮੇਰੇ ਤੋਂ ਲੈ ਲਓ, ਪਰ ਉਹਨਾਂ ਨੂੰ ਕੋਈ ਕਠੋਰ ਵਚਨ ਨਾ ਬੋਲਿਆ ਕਰ। ਮੈਂ ਉਹਨਾਂ ਨੂੰ ਖੁਦਾ ਰੂਪ ਜਾਣਦਾ, ਉਹ ਮੇਰੇ ਗੁਰੂ ਹਨ, ਖੁਦਾ ਹੈ ਮੇਰਾ, ਤੇ ਜੇ ਤੂੰ ਕੋਈ ਉਹਨਾਂ ਨੂੰ ਕਠੋਰ ਵਚਨ ਬੋਲੇਗਾ ਤਾਂ ਮੈਂ ਤੇਰੇ ਤੇ ਸਖਤਾਈ ਕਰਾਂਗਾ। ਇਸ ਤਰ੍ਹਾਂ ਰਾਜੇ ਨੇ ਕਹਿ ਦਿੱਤਾ। ਜੋ ਵੀ ਤੈਨੂੰ ਕੱਪੜੇ ਦੀ ਲੋੜ ਹੈ, ਪਦਾਰਥ ਦੀ ਲੋੜ ਹੈ, ਚੀਜ਼ ਦੀ ਲੋੜ ਹੈ, ਜਿੰਨੀ ਗੁਰੂ ਨਾਨਕ ਜੀ ਵਰਤਦੇ ਨੇ ਉਹ ਸਾਰੀ ਮੇਰੇ ਘਰੋਂ ਲੈ ਜਾ। ਕਹਿਣ ਲੱਗਿਆ ਹੁਣ ਮੈਂ ਮੁਸਲਮਾਨ ਹਾਂ, ਤੁਸੀਂ ਖੱਤਰੀ ਹੋ, ਨਹੀਂ ਤਾਂ ਮੈਂ ਨਾਨਕ ਜੀ ਨੂੰ ਆਪਣੇ ਘਰ ਰੱਖ ਲੈਂਦਾ। ਮੈਂ ਘਰ ਵਿੱਚ ਰੱਖ ਕੇ ਜੋ ਵੀ ਚਾਹੁੰਦੇ ਉਹ ਕਰਦੇ, ਜੋ ਚਾਹੁੰਦੇ ਉਹ ਖਾਂਦੇ, ਜਿਵੇਂ ਮਰਜ਼ੀ ਵਿਚਰਦੇ, ਕੋਈ ਰੋਕ ਟੋਕ ਨਹੀਂ ਸੀ। ਇੱਕ ਰਾਜੇ ਦੇ ਪੁੱਤਰ ਵਾਂਗੂ ਆਰਾਮ ਨਾਲ ਵਿਚਰਦੇ, ਮੈਂ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਕਰਨੀ। ਐ ਮਹਿਤਾ ਕਾਲੂ ਜੀ ਤੁਸੀਂ ਤਾਂ ਧਨ ਦੀ ਤ੍ਰਿਸ਼ਨਾ ਦੇ ਵਿੱਚ ਬੰਨੇ ਪਏ ਹੋ, ਉਹਨਾਂ ਨੂੰ ਬੋਲ ਕਬੋਲ ਬੋਲਦੇ ਹੋ, ਕਠੋਰ ਵਚਨ ਬੋਲਦੇ ਹੋ, ਉਹਨਾਂ ਨੂੰ ਤੰਗ ਕਰਦੇ ਹੋ। ਜੇ ਮੇਰੇ ਕੁਛ ਵੱਸ 'ਚ ਹੁੰਦਾ ਤਾਂ ਮੈਂ ਉਹ ਸਾਰੇ ਚੀਜ਼ ਉਹਨਾਂ ਤੇ ਸੇਵਾ 'ਚ ਹਾਜ਼ਰ ਕਰ ਦਿੰਦਾ। ਇਸ ਤਰ੍ਹਾਂ ਹਾਕਮ ਰਾਏ ਬੁਲਾਰ ਨੇ ਕਿਹਾ। ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਉਹਨਾਂ ਨੂੰ ਘੂਰਨਾ ਨਹੀਂ ਹੈ, ਸਖਤ ਹਦਾਇਤ ਕੀਤੀ, ਜੋ ਵੀ ਨੁਕਸਾਨ ਹੁੰਦਾ ਮੇਰੇ ਕੋਲੋਂ ਲੈ ਲਿਆ ਕਰੋ। ਇਸ ਤਰ੍ਹਾਂ ਕਰਕੇ ਫਿਰ ਮਹਿਤਾ ਕਾਲੂ ਜੀ ਹੋਰ ਪਰੇਸ਼ਾਨ ਹੋ ਜਾਂਦੇ ਨੇ ਵੀ ਹੁਣ ਮੈਂ ਘੂਰ ਵੀ ਨਹੀਂ ਸਕਦਾ। ਰਾਏ ਬੁਲਾਰ ਜੀ ਵੀ ਉਹਨਾਂ ਦੇ ਬਲ ਦੇ ਹੋ ਗਏ ਨੇ, ਬਹੁਤ ਉਦਾਸ ਚਿੱਤ ਹੋ ਕੇ ਆਪ ਨੂੰ ਘਰ ਚਲੇ ਆਉਂਦੇ ਨੇ। ਸੋ ਇਸ ਤਰ੍ਹਾਂ ਦੀ ਚਾਲੀ ਮਹਾਰਾਜ ਜੀ ਦੀ ਰਹੀ। ਮਹਾਰਾਜ ਜੀ ਫਿਰ ਹੋਰ ਜ਼ਿਆਦਾ ਉਦਾਸ ਹੋ ਗਏ, ਹੁਣ ਬਿਲਕੁਲ ਹੀ ਨਹੀਂ ਕਿਸੇ ਨਾਲ ਗੱਲ ਕਰਦੇ, ਪਏ ਨੇ ਤਾਂ ਪਏ ਰਹਿੰਦੇ ਨੇ। ਹੁਣ ਮਾਤਾ ਪਿਤਾ ਨੂੰ ਫਿਕਰ ਪੈ ਗਿਆ ਵੀ ਇਹ ਕੋਈ ਬਿਮਾਰ ਹੋ ਗਏ, ਇਹਨਾਂ ਨੂੰ ਕੋਈ ਰੋਗ ਲੱਗ ਗਿਆ। ਹੁਣ ਮਾਤਾ ਪਿਤਾ ਨੂੰ ਫਿਕਰ ਪੈ ਗਿਆ ਵੀ ਇਹ ਕੋਈ ਬਿਮਾਰ ਹੋ ਗਏ, ਇਹਨਾਂ ਨੂੰ ਕੋਈ ਰੋਗ ਲੱਗ ਗਿਆ। ਹੁਣ ਵੈਦ ਨੂੰ ਬੁਲਾਉਣਗੇ, ਕੱਲ੍ਹ ਵੈਦ ਦੇ ਨਾਲ ਜੋ ਗੱਲਬਾਤ ਮਹਾਰਾਜ ਦੀ ਹੋਣੀ ਹੈ ਇਹ ਸਾਖੀ ਹੁਣ ਕੱਲ੍ਹ ਨੂੰ ਆਵੇਗੀ। ਸੋ